पाद पंकज वंदन, पाद पंकज वंदन। सिमरो अंगद दुख निकंदन। गुर अमरदास हृदय नित ध्याऊं जी, हृदय नित ध्याऊं। श्री गुरु रामदास गुण गाऊं। गुर अर्जन विघ्नन के नाशक, विघ्नन के श्री हरगोविंद सुख सुमत प्रकाशक। श्री हर राय नमो कर जोरी, नमो कर जोरी। श्री हर कृष्ण मनाऊं गुर तेग बहादुर परम कृपाला जी, परम कृपाला। श्री गुरु गोविंद सिंह विशाला। तरु तरा तर पुन पुन सीसा जी, पुन पुन बंदो बार बार जगदीशा। जिसमें है अमृत ज्ञान है, मानक भगत बैराग। श्री गुरु ग्रंथ साहिब उदद, बंदों कर अनुराग। एकंकारा सतगुरु, तेह प्रसाद सच होए। वाहिगुरु जी की फतेह है। विघ्न विनाशन सो, वाहिगुरु जी की फतेह है। विघ्न विनाशन सोई। धन वाहिगुरु साहिब जीओ, दोहरा मारत पास मारत रख गान। पाई फेर तब आए, 10,000 लश्कर रहो, पापर खपियो दुख पाए। वाहिगुरु जी का खालसा, वाहिगुरु जी की फतेह। पतित पावन भगत वशल कृपा निधान, जुगो जुग अटल। जगत गुरु शब्द गुरु, धन धन साहिब श्री गुरु ग्रंथ साहिब जी। तिन्हां दी पवित्र मुकद्दस हजूरी अंदर बाणी के बोहे थे और शहीदां दे सरताज सतगुरु
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਸ਼ਾਮ ਦੇ ਵੇਲੇ ਦਾ ਦੀਵਾਨ ਆਰੰਭ ਹੋਇਆ ਹੈ। ਔਰ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕਰਕੇ ਆਪ ਸਮੂਹ ਸੰਗਤ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਉਪਰੰਤ ਇਲਾਹੀ ਗੁਰਬਾਣੀ ਦਾ ਕੀਰਤਨ ਔਰ ਰਹਿਰਾਸ ਸਾਹਿਬ ਜੀ ਦੇ ਜਾਪ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਕੀਤੇ ਜਾਂਦੇ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ, ਭਾਵਨਾ ਇਕਾਗਰਤਾ ਦੇ ਨਾਲ ਆਓ ਗੁਰ ਇਤਿਹਾਸ ਗੁਰੂ ਦੇ ਜੀਵਨ ਦੇ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਚੱਲ ਰਹੇ ਲੜੀਵਾਰ ਇਤਿਹਾਸ ਦੇ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਅਸੀਂ ਸਰਵਣ ਕਰ ਰਹੇ ਸੀ। ਸਤਿਗੁਰਾਂ ਨੇ ਆਪਣੇ ਜੀਵਨ ਦੇ ਦੌਰਾਨ 4 ਜਿਹੜੇ ਜੰਗ ਉਹ ਕੀਤੇ ਹਨ ਤੇ 4 ਯੁੱਧਾਂ ਦੇ ਵਿੱਚੋਂ ਤੀਸਰਾ ਜਿਹੜਾ ਯੁੱਧ ਹੈ, ਜੰਗ ਹੈ, ਉਸ ਬਾਰੇ ਆਪ ਸਮੂਹ ਸੰਗਤ ਵਿਸਥਾਰ ਸਹਿਤ ਇਤਿਹਾਸ ਆਪਾਂ ਪੜ੍ਹ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਆਪਾਂ ਇੱਥੋਂ ਤੱਕ ਪਹੁੰਚੇ ਸੀਗੇ ਕਿ ਜਿਹੜਾ ਤੀਸਰਾ ਜੰਗ ਆਰੰਭ ਹੋਇਆ ਹੈ, ਬਾਦਸ਼ਾਹ ਸ਼ਾਹਜਹਾਨ ਦੀ ਫੌਜ ਵੱਲੋਂ ਜਰਨੈਲ ਸੈਨਾਪਤੀ ਲੱਲਾ ਬੇਗ ਅਗਵਾਈ ਕਰ ਰਿਹਾ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਖੁਦ ਵੱਡੀ ਸੈਨਾ ਲੈ ਕਰਕੇ ਮਾਲਵੇ ਦੀ ਧਰਤੀ ਤੇ ਮਹਾਰਾਜ ਦੇ ਕੋਲ ਗੁਰੂਸਰ ਦੀ ਪਾਵਨ ਧਰਤੀ ਤੇ ਇਹ ਜੰਗ ਹੋ ਰਿਹਾ ਹੈ। ਇਹਦਾ ਕਾਰਨ ਇਹ ਬਣਿਆ ਹੈ ਕਿ ਛੇਵੇਂ ਪਾਤਸ਼ਾਹ ਜੀ ਦੀ ਭੇਟਾ ਦੇ ਵਿੱਚ ਜਿਹੜੇ 2 ਘੋੜੇ ਆ ਰਹੇ ਸਨ, ਦਿਲਬਾਗ ਤੇ ਗੁਲਬਾਗ, ਉਹ ਬਾਦਸ਼ਾਹ ਦੇ ਅਹਿਲਕਾਰਾਂ ਨੇ ਕਦੇ ਖੋਹ ਲਏ ਸਨ ਤੇ ਉਹਨਾਂ ਘੋੜਿਆਂ ਨੂੰ ਵਾਰੀ-ਵਾਰੀ ਜਾ ਕਰਕੇ ਬਾਬਾ ਵਿਧੀ ਚੰਦ ਜੀ ਬੜੀ ਚਤੁਰਾਈ ਦੇ ਨਾਲ, ਜੁਗਤ ਦੇ ਨਾਲ ਕਿਲੇ ਦੇ ਵਿੱਚੋਂ ਕੱਢ ਕੇ ਲੈ ਆਏ ਸਨ। ਬਸ ਜਦੋਂ ਦੇ ਘੋੜੇ ਆਏ ਹਨ, ਬਾਦਸ਼ਾਹ ਨੇ ਬਹੁਤ ਵੱਡੀ ਇਹਦੇ ਵਿੱਚ ਆਪਣੀ ਬਦਨਾਮੀ ਜਾਣੀ ਹੈ ਤੇ ਜਦੋਂ ਤੱਕ ਘੋੜੇ ਮਿਲ ਨਹੀਂ ਜਾਂਦੇ, ਮੈਂ ਸਿੱਖਾਂ ਤੋਂ ਕੋਲੋਂ ਖੋਹ ਨਹੀਂ ਲੈਂਦਾ ਤੇ ਛੇਵੇਂ ਪਾਤਸ਼ਾਹ ਜੀ ਨੂੰ ਬੰਦੀ ਨਹੀਂ ਬਣਾ ਲੈਂਦਾ, ਉਹਨਾਂ ਚਿਰ ਮੈਂ ਟਿਕ ਕੇ ਨਹੀਂ ਬੈਠਾਂਗਾ। ਇੱਕ ਵੱਡੀ ਸੈਨਾ ਬਾਦਸ਼ਾਹ ਨੇ ਭੇਜੀ ਹੈ ਜਿਹਦੀ ਗਿਣਤੀ 35,000 ਹੈ, ਜਿਹਦੀ ਅਗਵਾਈ ਲੱਲਾ ਬੇਗ ਕਰ ਰਿਹਾ ਹੈ ਤੇ ਇਹ ਸੈਨਾ ਰਾਤ ਵੇਲੇ 3 ਦਿਨ ਦਾ ਸਫ਼ਰ ਕਰਕੇ ਤੇ ਲਾਹੌਰ ਤੋਂ ਮਾਲਵੇ ਪਹੁੰਚੀ ਹੈ। 35,000 ਦੀ ਸੈਨਾ ਹੈ ਤੇ ਬਦਕਿਸਮਤੀ ਨੂੰ ਰਾਤ ਵੇਲੇ ਜਦੋਂ ਇਹ ਮਹਾਰਾਜ ਦੇ ਕੋਲ ਪਹੁੰਚੇ ਤੇ ਲੱਲਾ ਬੇਗ ਨੇ ਇਹ ਕਿਹਾ ਕਿ ਆਪਾਂ ਰਾਤ ਵੇਲੇ ਹਮਲਾ ਕਰਾਂਗੇ, ਦਿਨ ਆਪਾਂ ਚੜ੍ਹਨੀ ਨਹੀਂ ਦੇਣਾ। ਬਿਨਾਂ ਇਲਾਕੇ ਦਾ ਹਿਸਾਬ ਕਿਤਾਬ ਲਾਇਆ, ਬਿਨਾਂ ਕੋਈ ਨੀਤੀ ਤਿਆਰ ਕੀਤਿਆਂ, ਬਿਨਾਂ ਕੋਈ ਢੰਗ ਤਰੀਕੇ ਤੇ ਰਾਤ ਵੇਲੇ ਲੱਲਾ ਬੇਗ ਨੇ ਆਪਣੇ ਜਰਨੈਲਾਂ ਨੂੰ ਇਹ ਗੱਲ ਕਹੀ ਕਿ ਦਿਨ ਚੜ੍ਹਨ ਤੋਂ ਪਹਿਲਾਂ ਆਪਾਂ ਤਾਂ ਜਿਹੜਾ ਸਤਿਗੁਰਾਂ ਦਾ ਦਲ ਹੈ ਇਹਨੂੰ ਮਿੱਟੀ ਦੇ ਵਿੱਚ ਮਿਲਾ ਦੇਣਾ ਹੈ, ਖਤਮ ਕਰ ਦੇਣਾ ਹੈ। ਇੰਨੇ ਹੰਕਾਰ ਦੇ ਵਿੱਚ ਸੀਗਾ ਤੇ ਉਸ ਵੇਲੇ ਜ਼ਿਕਰ ਮਿਲਦਾ ਹੈ ਕਿ ਪਹਿਲਾਂ ਉਸ ਨੇ 7,000 ਦਾ ਇੱਕ ਦਲ ਭੇਜਿਆ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ। ਉਸ ਵੇਲੇ 4,000 ਦੀ ਫੌਜ ਹੈ। ਫੌਜ ਭਾਵੇਂ ਥੋੜ੍ਹੀ ਹੈ ਪਰ ਇਹਨਾਂ ਨੇ ਉਹ ਜਿਹੜਾ ਇਲਾਕਾ ਹੈ ਕੁਛ ਦਿਨ ਪਹਿਲਾਂ ਜਾ ਕੇ ਚੱਪਾ ਮਿਣਿਆ ਹੈ, ਛਾਣਿਆ ਹੈ, ਢੰਗ ਤਰੀਕਾ ਸੋਚਿਆ ਹੈ, ਜੁਗਤ ਦੇ ਨਾਲ ਮੋਰਚਾਬੰਦੀ ਕੀਤੀ ਹੋਈ ਹੈ। ਸੈਨਾ ਥੋੜ੍ਹੀ ਹੈ
ਪਰ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੇ ਮੋਰਚਾਬੰਦੀ ਕੀਤੀ ਹੈ। ਹੁਣ ਇਹ ਰਾਤ ਵੇਲੇ ਆਏ ਅਤੇ ਸਿੱਖਾਂ ਨੂੰ ਇਹਨਾਂ ਨੇ ਸਮਝਿਆ ਕਿ ਇਹਨਾਂ ਨੂੰ ਕਿਹੜਾ ਕੋਈ ਬਹੁਤਾ ਤਜਰਬਾ ਹੈ, ਕਿਹੜੇ ਇਹਨਾਂ ਦੇ ਕੋਲ ਤਜਰਬੇਕਾਰ ਕੋਈ ਜਰਨੈਲ ਹੈ, ਕਿਹੜੀ ਇਹਨਾਂ ਦੇ ਕੋਲ ਵਿਰਾਸਤੀ ਸੈਨਾ ਹੈ। ਆਮ ਜਿਹੇ ਲੋਕ ਇਕੱਠੇ ਕਰਕੇ ਸੈਨਾ ਬਣਾਈ ਹੈ ਛੇਵੇਂ ਸਤਿਗੁਰਾਂ ਨੇ। ਅਤੇ ਇਹਨਾਂ ਨੂੰ ਹੰਕਾਰ ਸੀਗਾ ਕਿ ਸਾਡੇ ਕੋਲ ਤਾਂ ਵਿਰਾਸਤੀ ਸੈਨਾ ਹੈ, ਬੜੇ ਸੈਂਕੜੇ ਜੰਗ ਅਸੀਂ ਜਿੱਤੇ ਹੋਏ ਹਨ ਅਤੇ ਦੁਨੀਆ ਦੇ ਲੋਕ ਅਹਿਲਕਾਰ ਰਾਜੇ ਸਾਡੇ ਤੋਂ ਥਰ ਥਰ ਕੰਬਦੇ ਹਨ। ਇਹਨਾਂ ਨੇ ਪਹਿਲਾਂ 7000 ਦਾ ਇੱਕ ਦਲ ਲੈ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਹਮਲਾ ਕੀਤਾ ਅਤੇ ਸਤਿਗੁਰਾਂ ਦਾ ਜਰਨੈਲ ਸਲੇਮ ਸ਼ਾਹ ਜਿਹੜਾ ਰਾਏ ਜੋਧ ਸ਼ਾਹ ਦਾ ਭਰਾ ਹੈ, ਉਹਨੇ ਟਾਕਰਾ ਕੀਤਾ ਹੈ। ਗੁਰੂ ਕੇ ਸਿੱਖਾਂ ਨੇ ਇਹ 7000 ਦਾ ਜਿਹੜਾ ਦਲ ਉਹ ਖਤਮ ਕਰ ਦਿੱਤਾ। ਫਿਰ ਇੱਕ 8000 ਦਾ ਦਲ ਲੱਲਾ ਬੇਗ ਨੇ ਹੰਕਾਰ ਦੇ ਵਿੱਚ ਫਿਰ ਰਾਤ ਵੇਲੇ ਭੇਜਿਆ ਅਤੇ ਗੁਰੂ ਕੇ ਸਿੱਖਾਂ ਨੇ ਇੰਨਾ ਸੁੰਦਰ ਤਿਆਰੀ ਕੀਤੀ ਹੋਈ ਹੈ। ਇਹ ਜਿਹੜੀ ਸੈਨਾ ਇੱਕ ਪਾਸੇ ਰਾਤ ਦਿਨ ਦਾ ਸਫ਼ਰ ਤੈਅ ਕਰਕੇ ਥੱਕੀ ਹੋਈ ਸੀਗੀ, ਭੁੱਖੀ ਵੀ ਹੈ, ਅਤੇ ਦੂਸਰੇ ਪਾਸੇ ਠੰਡ ਦਾ ਮੌਸਮ ਹੈ ਅਤੇ ਇਹਨਾਂ ਦੇ ਕੋਲ ਚੰਗਾ ਪ੍ਰਬੰਧ ਵੀ ਨਹੀਂ ਹੈ। 2 ਦਰਿਆ ਵੀ ਪਾਰ ਕਰਕੇ ਆਏ ਹਨ। ਥੱਕੀ ਹੋਈ ਸੈਨਾ ਨੂੰ ਰਾਤ ਵੇਲੇ ਮਜਬੂਰ ਕਰਕੇ ਹਮਲਾ ਕਰਨ ਵਾਸਤੇ ਲੱਲਾ ਬੇਗ ਭੇਜਦਾ ਹੈ। ਪਹਿਲਾਂ 15000 ਦੀ ਫੌਜ ਖਤਮ ਹੋ ਚੁੱਕੀ ਹੈ। ਫਿਰ ਆਪਸ ਦੇ ਵਿੱਚ ਸਲਾਹ ਕਰਦੇ ਹਨ ਕਿ ਸਾਨੂੰ ਰੁਕ ਜਾਣਾ ਚਾਹੀਦਾ ਹੈ, ਅਤੇ ਪਰ ਉਸ ਵੇਲੇ ਫਿਰ ਲੱਲਾ ਬੇਗ ਸਲਾਹ ਕਰਦਾ ਜੇ ਅਸੀਂ ਰੁਕ ਕੇ ਬੈਠ ਗਏ, ਇੰਝ ਨਾ ਹੋਵੇ ਸਤਿਗੁਰਾਂ ਦੇ ਸਿੱਖ ਘੇਰਾ ਕੇ ਪਾ ਕੇ ਅਤੇ ਵੱਡਾ ਹਮਲਾ ਕਰਨ। 10000 ਦੀ ਫੌਜ ਭੇਜ ਕੇ ਅਤੇ ਇੱਕ ਤਾਂ ਸਤਿਗੁਰਾਂ ਦੀ ਫੌਜ ਆਰੇ ਲੱਗ ਜਾਏਗੀ ਅਤੇ ਦੂਜਾ ਸਾਡੇ ਉੱਪਰ ਚੜ੍ਹਾਈ ਨਹੀਂ ਕਰੇਗੀ, ਅਤੇ ਤੀਜਾ ਹੁਣ ਅਸੀਂ ਧਿਆਨ ਦੇ ਨਾਲ ਜੰਗ ਕਰਾਂਗੇ, ਇਹਨਾਂ ਦਾ ਚੋਖਾ ਨੁਕਸਾਨ ਵੀ ਕਰ ਦੇਵਾਂਗੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ। ਇੱਕ 10000 ਦਾ ਦਲ ਫਿਰ ਚੜ੍ਹਿਆ ਹੈ, ਪਰ ਗੁਰੂ ਕੇ ਸਿੱਖਾਂ ਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਰਨੈਲ ਜਿੱਥੇ ਸਲੇਮ ਸ਼ਾਹ ਲੜ ਰਿਹਾ ਹੈ, ਉੱਥੇ ਰਾਏ ਜੋਧ ਆਪ ਵੀ ਜੰਗ ਦੇ ਮੈਦਾਨ ਦੇ ਵਿੱਚ ਆਇਆ। ਕੁਝ ਹੋਰ ਵੀ ਗੁਰੂ ਕੇ ਸਿੱਖ ਅੱਗੇ ਵਧੇ। ਇਹਨਾਂ ਨੇ ਜਿਹੜਾ ਇੱਕ 10000 ਦਾ ਵੱਡਾ ਦਲ ਆਇਆ ਹੈ, ਉਹਨੂੰ ਵੀ ਥੋੜ੍ਹੇ ਕੁ ਸਮੇਂ ਦੇ ਵਿੱਚ ਘੇਰਾ ਪਾ ਕਰਕੇ ਅਤੇ ਕੁਝ ਸੈਨਾ ਸਾਹਮਣੇ ਆਈ। ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਇੱਕ ਵੱਡਾ ਦਲ ਰਾਤ ਦਾ ਵੇਲਾ ਹੈ ਅਤੇ ਚੜ੍ਹਾਈ ਕਰਕੇ ਫਿਰ ਆ ਗਿਆ ਹੈ। ਸਤਿਗੁਰਾਂ ਨੇ 2000 1000 ਦੀ ਸੈਨਾ ਪਹਿਲਾਂ ਵਧੀ ਹੈ, 2000 ਦੀ ਸੈਨਾ ਫਿਰ ਵਧਾਈ ਹੈ, ਅਤੇ ਉਹਨਾਂ ਨੇ ਸਾਹਮਣਿਓਂ ਅਤੇ ਸਾਈਡਾਂ ਤੋਂ ਦੋਨਾਂ ਪਾਸਿਓਂ ਤੋਂ 3 ਪਾਸਿਆਂ ਤੋਂ ਘੇਰ ਕੇ ਅਤੇ ਵੱਡਾ ਹਮਲਾ ਕਰਕੇ ਰਾਤ ਦੇ ਹਨੇਰੇ ਦੇ ਵਿੱਚ ਉਹ ਜਿਹੜੀ ਸੈਨਾ ਹੈ ਉਹਨਾਂ ਨੂੰ ਵੀ ਚਿੱਤ ਕਰ ਦਿੱਤਾ, ਜ਼ਖਮੀ ਕਰ ਦਿੱਤਾ, ਧਰਤੀ 'ਤੇ ਡੇਗ ਦਿੱਤਾ ਹੈ। ਜਦੋਂ ਐਸਾ ਹਾਲ ਹੋਇਆ ਅਤੇ ਇਹ ਹੈਰਾਨ ਰਹਿ ਗਏ। ਇਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਹੈ ਕਿ ਸਤਿਗੁਰਾਂ ਦੇ ਕੋਲ ਤਾਂ ਲੱਗਦਾ ਹੈ ਕਿ ਸੈਨਾ ਦੀ ਗਿਣਤੀ ਬਹੁਤ ਜ਼ਿਆਦਾ ਹੈ, ਸੈਨਾ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ, ਪਰ ਗੁਰੂ ਕੇ ਸਿੱਖਾਂ ਦੀ ਤਿਆਰੀ ਬੜੀ ਵੱਡੀ ਹੈ। ਜਦੋਂ ਤਿਆਰੀ ਵੱਡੀ ਹੋਵੇ ਜਾਂ ਜੁਗਤ ਹੋਵੇ, ਢੰਗ ਤਰੀਕਾ ਹੋਵੇ, ਅਤੇ ਢੰਗ ਜਾਂ ਤਰੀਕਾ ਜਿਹੜਾ ਹੈ ਉਹ ਫਿਰ ਵੱਡੀ ਵੱਡੀ ਸੈਨਾ ਨੂੰ ਵੀ ਮਾਰ ਪਾ ਸਕਦਾ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਰਾਤ ਜਿਹੜੇ 3 ਦਲ ਆਏ ਸਨ, 7000 8000 ਅਤੇ 10000 ਦਾ, ਤਿੰਨੋਂ ਜਿਹੜੇ ਦਲ ਰਾਤੋਂ ਰਾਤ ਹੀ ਡੇਗ ਦਿੱਤੇ ਹਨ, ਖਤਮ ਕਰ ਦਿੱਤੇ ਹਨ। ਹੁਣ ਜਿਹੜੀ ਲੱਲਾ ਬੇਗ ਦੀ ਵੱਡੀ ਸੈਨਾ ਜਿਹਦੀ ਗਿਣਤੀ ਹੁਣ ਤਕਰੀਬਨ 10,000 ਪਿੱਛੇ ਰਹਿ ਗਈ ਹੈ, 35,000 ਸੈਨਾ ਸੀਗੀ, ਜਿਹਦੇ ਵਿੱਚੋਂ 25,000 ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਅਤੇ ਹੁਣ ਇਹ ਜਿਹੜਾ ਦਲ ਹੈ ਥੋੜ੍ਹਾ ਜਿਹਾ ਪਿੱਛੇ ਹੋ ਗਿਆ। ਉੱਧਰ ਅੰਮ੍ਰਿਤ ਵੇਲਾ ਹੋਇਆ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰੋਜ਼ਾਨਾ ਦੀ ਤਰ੍ਹਾਂ ਉੱਠੇ ਔਰ ਉਸੇ ਵੇਲੇ ਇਹਨਾਂ ਨੇ ਪਿੱਛੇ ਜਾ ਕਰਕੇ ਇਸ਼ਨਾਨ ਪਾਣ ਕੀਤਾ। ਜੰਗ ਦੇ ਵਿੱਚੋਂ ਥੋੜ੍ਹਾ ਜਿਹਾ ਇਹ ਵੀ ਪਿੱਛੇ ਹਟ ਗਏ ਔਰ ਫਿਰ ਅੰਮ੍ਰਿਤ ਵੇਲੇ ਸਿੱਖਾਂ ਦੀ ਜਿਹੜੀ ਮਰਿਆਦਾ ਹੈ ਉਹਦੇ ਤਹਿਤ ਆਸਾ ਜੀ ਕੀ ਵਾਰ ਦਾ ਕੀਰਤਨ ਹੋਇਆ ਹੈ, ਗੁਰਬਾਣੀ ਦੇ ਜਾਪ ਹੋਏ ਹਨ। ਇਤਨੇ ਨੂੰ ਦਿਨ ਚੜ੍ਹ ਗਿਆ ਹੈ ਅਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਤਿਆਰੀ ਕੀਤੀ ਹੈ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਜੰਗੀ ਜਿਹੜੀ ਪੋਸ਼ਾਕ ਹੈ ਉਹ ਪਹਿਨ ਲਈ ਹੈ
ਤੇ ਵੱਡੀ ਜਿਹੜੀ ਢਾਲ ਹੈ ਉਹ ਹੱਥ ਦੇ ਵਿੱਚ ਪਕੜ ਲਈ ਹੈ, ਔਰ ਇੱਕ ਜਿਹੜੀ ਸਿਪਰ ਹੈ ਉਹ ਲੱਕ ਦੇ ਨਾਲ ਬੰਨ੍ਹ ਲਈ ਹੈ। ਵੱਡੇ ਜਿਹੜੇ ਤੀਰਾਂ ਦੇ ਭੱਥੇ ਸਨ ਉਹ ਇੱਕ ਧਾਰਨ ਕਰ ਲਿਆ ਹੈ, ਤੇ ਕੁਝ ਭੱਥੇ ਆਪਣੇ ਕੋਲ ਮੰਗਵਾ ਲਏ ਹਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਵੀ ਤਿਆਰ ਬਰ ਤਿਆਰ ਹੋ ਚੁੱਕੇ ਹਨ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਭਾਵਨਾ ਸਹਿਤ ਸਰਵਣ ਕਰਦੇ ਹਾਂ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮਰਤ ਪਰਸ ਪਰ ਤੁਰਕ ਗਨ ਭਾਈ ਭੋਰ ਤਬ ਆਏ। ਤੇ ਕਵੀ ਜੀ ਲਿਖਦੇ ਹਨ, ਕਹਿਣ ਲੱਗੇ ਰਾਤ ਵੇਲੇ ਜਿਹੜਾ ਇਹਨਾਂ ਨੇ ਦਾਸ ਸੋਚਿਆ ਸੀਗਾ ਸਤਿਗੁਰਾਂ ਦੀ ਫੌਜ ਨੂੰ ਖਤਮ ਕਰਨ ਦਾ, ਇਹ ਉਹਨਾਂ ਤੇ ਉਲਟ ਪੈ ਗਿਆ ਹੈ। ਸੋਚਿਆ ਇਹ ਸੀਗਾ ਕਿ ਗੁਰੂ ਕੀ ਸੈਨਾ ਰਾਤ ਵੇਲੇ ਅਵੇਸਲੀ ਹੋਏਗੀ ਤੇ ਅਸੀਂ ਆਉਂਦਿਆਂ ਸਾਰੀ ਜਿੱਤ ਹਾਸਲ ਕਰ ਲਵਾਂਗੇ। ਜਿੰਨਾ ਚਿਰ ਉਹ ਜਾਗਣਗੇ ਸੰਭਲਣਗੇ ਉਦੋਂ ਤੱਕ ਤਾਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੋਏਗਾ। ਪਰ ਗੁਰੂ ਕੇ ਸਿੱਖ ਤਾਂ ਮੋਰਚਿਆਂ ਦੇ ਵਿੱਚ ਖੜੇ ਉਡੀਕ ਰਹੇ ਸਨ, ਤੇ ਇੰਨਾ ਵੱਡਾ ਰਾਤੋਂ ਰਾਤ ਨੁਕਸਾਨ 25,000 ਦੀ ਸੈਨਾ ਦਾ ਬਾਦਸ਼ਾਹ ਸ਼ਾਹਜਹਾਨ ਦਾ ਜਿਹੜਾ ਜਰਨੈਲ ਹੈ ਲੱਲਾ ਬੇਗ ਇਹਦਾ ਹੋ ਚੁੱਕਿਆ ਹੈ। ਕਹਿਣ ਲੱਗੇ ਫਿਰ ਆਪਸ ਦੇ ਵਿੱਚ ਹਨੇਰਾ ਸੀਗਾ, ਤੇ ਜਿਹੜਾ ਇਹਨਾਂ ਦੇ ਮਿਸਾਲਚੀ ਸਨ, ਮਿਸਾਲਾਂ ਜਗਾ ਕੇ ਅੱਗੇ ਚਾਨਣ ਕਰਨ ਵਾਲੇ ਗੁਰੂ ਕੇ ਸਿੱਖਾਂ ਨੇ ਤੀਰਾਂ ਤੇ ਗੋਲੀਆਂ ਦੇ ਨਾਲ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਧਰਤੀ ਤੇ ਡੇਗ ਦਿੱਤਾ ਸੀਗਾ। ਤੇ ਕਈ ਵਾਰ ਵਿੱਚ ਦਲ ਆ ਕੇ ਗੁਰੂ ਕੇ ਵੀ ਲੜੇ ਸਨ, ਇਹਨਾਂ ਨੂੰ ਉਲਝਾ ਦਿੱਤਾ ਗਿਆ ਤੇ ਆਪਸ ਦੇ ਵਿੱਚ ਵੀ ਰਾਤ ਇਹ ਲੜੇ ਸਨ। ਕਹਿਣ ਲੱਗੇ ਹੁਣ ਕੀ ਹੋਇਆ, ਮਰਤ ਪਰਸ ਪਰ ਤੁਰਕ ਗਨ ਭਾਈ ਭੋਰ ਤਬ ਆਏ। ਵੱਡੀ ਗਿਣਤੀ ਦੇ ਵਿੱਚ ਆਪਸ ਦੇ ਵਿੱਚ ਵੀ ਲੜੇ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਤਨੇ ਨੂੰ ਹੁਣ ਦਿਨ ਚੜ੍ਹ ਗਿਆ ਹੈ। 10,000 ਲਸ਼ਕਰ ਰਹਿਓ ਆਪਰ ਖਪਿਓ ਦੁਖ ਪਾਏ। ਤੇ ਇਹਨਾਂ ਨੇ ਚੰਗੀ ਤਰ੍ਹਾਂ ਆਸ-ਪਾਸ ਦੇਖਿਆ, ਰਾਤ ਇਹ ਵਿਚਾਰ ਕਰ ਰਹੇ ਸਨ ਕਿ ਸਾਡਾ ਦਲ ਪਤਾ ਨਹੀਂ ਕਿੱਧਰ ਨੂੰ ਚਲਿਆ ਜਾਂਦਾ ਹੈ, ਜਾਂ ਪਿੱਛੇ ਹੋ ਜਾਂਦੇ ਹਨ, ਤੇ ਜਾਂ ਫਿਰ ਕਿਤੇ ਬੈਠ ਜਾਂਦੇ ਹਨ। ਹੁੰਦਾ ਕੀ ਆ, ਦਲ ਅਸੀਂ ਭੇਜਦੇ ਹਾਂ ਏਡੀ ਛੇਤੀ ਚਲਿਆ ਕਿੱਧਰ ਜਾਂਦਾ ਹੈ। ਜਦੋਂ ਦਿਨ ਚੜ੍ਹਿਆ ਹੈ ਤੇ ਇਹਨਾਂ ਨੇ ਦੇਖਿਆ ਹੈ 10,000 ਲਸ਼ਕਰ ਰਹਿਓ ਅਪਰ ਖਪਿਓ ਦੁੱਖ ਪਾਏ। ਤੇ ਜਿਹੜਾ ਦੂਜਾ ਦਲ ਸੀਗਾ 25,000 ਦਾ, ਉਹ ਖੱਪ ਗਿਆ ਹੈ, ਖਤਮ ਹੋ ਗਿਆ ਹੈ। ਗੁਰੂ ਕੇ ਸਿੱਖਾਂ ਨੇ ਵੱਡਾ ਨੁਕਸਾਨ ਕੀਤਾ ਹੈ। ਨਿਸ਼ਾਨੀ ਚੰਦ 20 ਪੰਜ ਸਹਸਰ ਦਲ ਤਮ ਮੈਂ ਨਾਸ਼ਾ। ਤੇ ਕਹਿਣ ਲੱਗੇ ਕਿ 20 ਔਰ 5 ਕਹਿੰਤ ਭਾਵ 25,000 ਦਲ ਜਿਹੜਾ ਸੀਗਾ ਤਮ ਮੈਂ ਹੈ ਇਮ ਨਾਸਾ। ਕਹਿਣ ਲੱਗੇ ਰਾਤ ਦੇ ਹਨੇਰੇ ਦੇ ਵਿੱਚ ਇਸ ਤਰ੍ਹਾਂ ਗੁੰਮ ਹੋਇਆ ਹੈ। ਜਿਮ ਤਮ ਤੂੰ ਸੂਰਜ ਹਤਿਓ ਕਰ ਦੀਨ ਪ੍ਰਕਾਸ਼ਾ। ਕਹਿਣ ਲੱਗੇ ਜਿਵੇਂ ਜਦੋਂ ਦਿਨ ਚੜ੍ਹਦਾ ਹੈ, ਜਦੋਂ ਸੂਰਜ ਚੜ੍ਹਦਾ ਹੈ ਤੇ ਹਨੇਰਾ ਚਲਿਆ ਜਾਂਦਾ ਹੈ, ਹਨੇਰਾ ਦੌੜ ਜਾਂਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਹੁਣ ਐਸਾ ਰਾਤ ਯੁੱਧ ਹੋਇਆ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਜ ਦੀ ਤਰ੍ਹਾਂ ਹਨ। ਜਦੋਂ ਇਹ ਜਿਹੜਾ ਦਲ ਹੈ 6ਵੇਂ ਪਾਤਸ਼ਾਹ ਜੀ ਦੇ ਸਾਹਮਣੇ ਗਿਆ, ਤੇ ਕਹਿਣ ਲੱਗੇ ਜਿਵੇਂ ਸੂਰਜ ਦੇ ਸਾਹਮਣੇ ਜਿਹੜਾ ਹਨੇਰਾ ਉਹ ਦੌੜ ਜਾਂਦਾ ਹੈ, ਜਦੋਂ ਸੂਰਜ ਚੜ੍ਹਦਾ ਹੈ ਰਾਤ ਖਤਮ ਹੋ ਜਾਂਦੀ ਹੈ, ਰਾਤ ਦੌੜ ਜਾਂਦੀ ਹੈ। ਗੁਰੂ ਕੇ ਉੱਪਰ ਜਿਹੜਾ ਦਲ ਟੁੱਟ ਕੇ ਪਿਆ ਸੀਗਾ, ਸਤਿਗੁਰਾਂ ਰੂਪੀ ਜਿਹੜਾ ਸੂਰਜ ਹੈ ਉਹਦੇ ਨਾਲ ਟਕਰਾ ਕੇ ਜਿਵੇਂ ਹਨੇਰਾ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਵੱਡਾ ਦਲ ਹੰਕਾਰਿਆ ਹੋਇਆ ਖਤਮ ਹੋ ਗਿਆ ਹੈ। ਜਿਮ ਉਡਗਣ ਸਗਰੇ ਦੁਰੇ ਨਹਿ ਤੇ ਦਿਖਾਈ। ਕਹਿਣ ਲੱਗੇ ਜਿਵੇਂ ਸੂਰਜ ਚੜ੍ਹਨ ਦੇ ਨਾਲ ਜਿਹੜੇ ਆਕਾਸ਼ ਦੇ ਵਿੱਚ ਤਾਰੇ ਹੁੰਦੇ ਹਨ, ਜਿਹੜੇ ਸਾਨੂੰ ਰਾਤ ਨੂੰ ਤਾਂ ਨਜ਼ਰ ਆਉਂਦੇ ਹਨ, ਪਰ ਜਦੋਂ ਸੂਰਜ ਚੜ੍ਹ ਜਾਂਦਾ ਹੈ ਉਦੋਂ ਫਿਰ ਤਾਰੇ ਨਜ਼ਰ ਨਹੀਂ ਆਉਂਦੇ, ਤਾਰੇ ਦਿਸਦੇ ਨਹੀਂ ਹਨ। ਇਸੇ ਤਰ੍ਹਾਂ ਹੋਇਆ ਹੈ। 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਜ ਦੀ ਤਰ੍ਹਾਂ ਹਨ। ਜਦੋਂ ਇਹ ਦਲ 6ਵੇਂ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ,
ਜਿਵੇਂ ਸੂਰਜ ਚੜ੍ਹਦਾ ਹੈ ਤੇ ਤਾਰੇ ਦਿਸਦੇ ਨਹੀਂ, ਤਾਰੇ ਲੱਭਦੇ ਨਹੀਂ, ਉਸੇ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਦੇ ਕੋਲ ਜਾ ਕਰਕੇ ਇਹ ਵੱਡਾ ਦਲ ਹੁਣ ਦਿਸਣੋਂ ਹਟ ਗਿਆ, ਖਤਮ ਹੋ ਗਿਆ। ਗਰੀਬ ਨਿਵਾਜ ਨੇ ਖਤਮ ਕਰ ਦਿੱਤਾ ਹੈ। ਕਹਿਣ ਲੱਗੇ ਇਸ ਤਰ੍ਹਾਂ ਇਹ ਜਿਹੜੇ ਤੁਰਕ ਉਹ ਖਤਮ ਹੋ ਗਏ, ਖੱਪ ਗਏ, ਜਿਨ੍ਹਾਂ ਨੇ ਬਹੁਤ ਧੂੜ ਮਚਾਈ ਹੋਈ ਸੀ, ਜਿਨ੍ਹਾਂ ਦਾ ਵੱਡਾ ਦਲ ਆ ਰਿਹਾ ਸੀ ਹੰਕਾਰ ਦੇ ਵਿੱਚ। ਰਸਤੇ ਦੇ ਵਿੱਚ ਕਿਤੇ ਨਹੀਂ ਖੜੇ ਕਿ ਅਸੀਂ ਜਾਂਦਿਆਂ ਸਾਰੀ ਸਤਿਗੁਰਾਂ ਨੂੰ ਖਤਮ ਕਰਾਂਗੇ। ਇਹਨਾਂ ਨੇ ਕਿਤੇ ਸਾਹ ਨਹੀਂ ਲਿਆ ਤੇ ਹੁਣ ਸਤਿਗੁਰਾਂ ਦੇ ਕੋਲ ਆਏ ਤੇ ਗਰੀਬ ਨਿਵਾਜ ਨੇ ਵੱਡਾ ਯੁੱਧ ਕੀਤਾ ਹੈ। ਬੜੀ ਨੀਂਦ ਸੁਪਤੇ ਪਰੇ ਰਣ ਖੇਤ ਮਝਾਰਾ। ਤੇ ਕਹਿਣ ਲੱਗੇ ਇੰਜ ਲੱਗਦਾ ਹੈ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਦਿਨ ਚੜ੍ਹਿਆ ਤੇ ਸਾਰਿਆਂ ਨੇ ਦੇਖਿਆ, ਜਿਨ੍ਹਾਂ ਨੇ ਜਿਹੜੇ ਯੋਧਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਲਾਹੌਰ ਤੋਂ ਚੱਲ ਕੇ ਆਏ ਘੋੜਿਆਂ ਦੀਆਂ ਛਾਲਾਂ ਮਰਵਾ ਰਹੇ ਸਨ ਕਿ ਸਤਿਗੁਰਾਂ ਦਾ ਛੋਟਾ ਜਿਹਾ ਦਲ ਹੈ ਤੇ ਸਾਡੀ ਸ਼ਾਹੀ ਸੈਨਾ ਹੈ ਤੇ ਅਸੀਂ ਝੱਟ ਹੀ ਜਿੱਤ ਕੇ ਆ ਜਾਣਾ ਹੈ ਤੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਤੇ ਬਾਦਸ਼ਾਹ ਦੇ ਕੋਲੋਂ ਜਾ ਕੇ ਇਨਾਮ ਲੈਣੇ ਹਨ। ਜਿਹੜੇ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਸਨ। ਕਹਿਣ ਲੱਗੇ ਕਿ ਹੁਣ ਜਦੋਂ ਦਿਨ ਚੜ੍ਹਿਆ ਹੈ ਤੇ ਸਾਰਿਆਂ ਨੇ ਦੇਖਿਆ ਬੜੀ ਨੀਂਦ ਸੁਪਤੇ ਭਰੇ ਰਣ ਖੇਤ ਮਝਾਰਾ। ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਪਏ ਹਨ ਜਿਸ ਤਰ੍ਹਾਂ ਬਹੁਤ ਭਾਰੀ ਨੀਂਦ ਆਈ ਹੋਵੇ ਤੇ ਕੋਈ ਸੁੱਤਾ ਪਿਆ ਹੋਵੇ। ਤੇ ਕਹਿਣ ਲੱਗੇ ਦੀਰਘ ਰਸਤਾ ਤੈਅ ਕਰਦਿਆਂ ਕਰਦਿਆਂ ਇਹ ਥੱਕੇ ਹੋਏ ਸਨ, ਪਰ ਗੁਰੂ ਕੇ ਜਰਨੈਲਾਂ ਨੇ ਉੱਤੇ ਵਾਰ ਕਰ ਕਰਕੇ ਜਦੋਂ ਇਹਨਾਂ ਰਾਤ ਵੇਲੇ ਹਮਲਾ ਕੀਤਾ, ਇਹਨਾਂ ਦਾ ਇਹੋ ਜਿਹਾ ਥਕੇਵਾਂ ਲਾਇਆ ਹੈ, ਐਸਾ ਅੱਗੋਂ ਯੁੱਧ ਮਚਾਇਆ ਹੈ, ਇਹੋ ਜਿਹੇ ਲੰਮੇ ਪਏ ਹਨ, ਹੁਣ ਦੁਬਾਰਾ ਕਦੇ ਜ਼ਿੰਦਗੀ ਦੇ ਵਿੱਚ ਉੱਠਣਗੇ ਨਹੀਂ। ਇਹ ਦਿਨ ਚੜ੍ਹਦਿਆਂ ਸਾਰਿਆਂ ਨੇ ਦੇਖਿਆ ਇੰਜ ਪਏ ਹੋਏ ਹਨ ਜਿਵੇਂ ਥਕੇਵਾਂ ਲਾ ਰਹੇ ਹੋਣ। ਤੇ ਦਿਨ ਚੜ੍ਹਦਿਆਂ ਸਾਰਿਆਂ ਨੇ ਜਾ ਕੇ ਲੱਲਾ ਬੇਗ ਨੇ ਆਪਣੇ ਕੁਝ ਸਾਥੀ ਭੇਜੇ ਤੇ ਇਹਨਾਂ ਜੰਗ ਦਾ ਮੈਦਾਨ ਦੇਖਿਆ ਜਾ ਕਰਕੇ ਕਿ ਰਾਤ ਕੀ ਹੋਇਆ ਹੈ। ਸਾਡੇ ਏਡੇ ਵੱਡੇ ਸੈਨਾਪਤੀ ਤੇ ਸਾਡੇ ਯੋਧੇ ਚਲੇ ਕਿੱਧਰ ਜਾਂਦੇ ਸਨ। ਗੁਰੂ ਕੇ ਸਿੱਖਾਂ ਨੇ ਘੇਰਾ ਪਾ ਕਰਕੇ ਅਜਿਹੇ ਵਾਰ ਕੀਤੇ ਹਨ। ਕਹਿਣ ਲੱਗੇ ਗਿਰੇ ਤੁਰੰਗ ਤੁਰੰਗ ਪਰ, ਘੋੜਾ ਜਿਹੜਾ ਹੈ ਉਹ ਘੋੜੇ ਤੇ ਡਿੱਗਿਆ ਹੋਇਆ ਹੈ ਤੇ ਧਰ ਧਰ ਬਰਿੰਦਾ, ਧਰ ਪਰ ਧਰ ਬਰਿੰਦਾ। ਕਹਿਣ ਲੱਗੇ ਧੜਾਂ ਤੇ ਧੜ ਪਏ ਹਨ, ਘੋੜਿਆਂ ਦੇ ਵਿੱਚ ਪਏ ਹਨ ਤੇ ਜੰਗ ਦੇ ਮੈਦਾਨ ਦੇ ਵਿੱਚ ਲੋਥਾਂ ਦੇ ਨਾਲ, ਘੋੜਿਆਂ ਦੇ ਸਰੀਰਾਂ ਦੇ ਨਾਲ ਜੰਗ ਦਾ ਮੈਦਾਨ ਭਰਿਆ ਪਿਆ ਹੈ। ਤੇ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦੇ ਸ਼ਸਤਰ ਬਸਤਰ, ਇਹਨਾਂ ਦੇ ਜਿਹੜੇ ਹਥਿਆਰ ਉਹ ਖਿਲਰੇ ਇੱਧਰ ਉੱਧਰ ਇੰਜ ਡਿੱਗੇ ਪਏ ਹਨ ਜਿਸ ਤਰ੍ਹਾਂ ਕਿਰਸਾਨ ਨੇ ਜ਼ਮੀਨ ਦੇ ਵਿੱਚ ਬੀਜ ਖਿਲਾਰਿਆ ਹੋਵੇ ਕੱਲਾ ਕੱਲਾ ਕਰਕੇ। ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਦੇ ਹਥਿਆਰ, ਇਹਨਾਂ ਦੇ ਵਸਤਰ, ਇਹਨਾਂ ਦੇ ਸ਼ਸਤਰ ਧਾਰਨ ਜਿਹੜੇ ਕੀਤੇ ਹੋਏ ਹਨ ਸਿਰ ਤੇ ਧੜਾਂ ਦੇ ਨਾਲੋਂ ਅਲੱਗ ਹੋ ਕੇ ਪਏ ਹਨ। ਇਸ ਤਰ੍ਹਾਂ ਦਾ ਇਹਨਾਂ ਦਾ ਰਾਤ ਹਾਲ ਹੋਇਆ ਹੈ। ਤੇ ਲੱਲਾ ਬੇਗ ਦੇ ਸਾਥੀਆਂ ਨੇ ਆ ਕਰਕੇ ਜਾਇਜ਼ਾ ਲਿਆ ਜੰਗ ਦੇ ਮੈਦਾਨ ਦਾ ਕਿ ਰਾਤ ਕੀ ਹੋਇਆ, ਦੇਖ ਕੇ ਆਉਣੇ ਹਾਂ, ਸਾਡਾ ਦਲ ਕਿਤੇ ਪਾਸੇ ਹੋ ਕੇ ਕਿਤੇ ਬੈਠ ਤਾਂ ਨਹੀਂ ਗਿਆ। ਪਰ ਜਾ ਕੇ ਜਦੋਂ ਦੇਖਿਆ ਹੈ ਲੱਲਾ ਬੇਗ ਲਸ਼ਕਰ ਭਿਖਿਓ ਜਬ ਭਇਓ ਪ੍ਰਕਾਸ਼ਾ, ਦਿਨ ਚੜ੍ਹ ਕੇ ਦੇਖਿਆ ਹੈਰਾਨ ਰਹਿ ਗਏ ਹਨ। ਤੇ ਕਹਿਣ ਲੱਗੇ ਕਿ ਥੋੜੇ ਜਿਹੇ ਬਚੇ ਸਨ, ਕੁਝ ਸਹਿਕ ਰਹੇ ਸਨ ਤੇ ਕੁਛ ਕੁ ਉੱਥੇ ਬੈਠੇ ਸਨ। ਅਲਪ ਹੈ ਬਹੁਤੇ ਮਰੇ ਤੇ ਬਹੁਤੇ ਵਿੱਚੋਂ ਮਰ ਗਏ ਸਨ। ਤਜ ਜੈ ਵਿਸ਼ਵਾਸਾ, ਤੇ ਕਹਿਣ ਲੱਗੇ ਵਿਸ਼ਵਾਸ ਛੱਡ ਦਿੱਤਾ ਜਿਹੜਾ ਇਹਨਾਂ ਦੇ ਕੋਲ ਬੜਾ ਵੱਡਾ ਵਿਸ਼ਵਾਸ ਸੀਗਾ ਕਿ ਅਸੀਂ ਤਾਂ ਦਿਨ ਚੜ੍ਹਨ ਹੀ ਨਹੀਂ ਦੇਣਾ, ਰਾਤੋਂ ਰਾਤ ਹੀ ਜਿੱਤ ਪ੍ਰਾਪਤ ਕਰ ਲੈਣੀ ਹੈ, ਸਤਿਗੁਰਾਂ ਨੂੰ ਗ੍ਰਿਫਤਾਰ ਕਰ ਲੈਣਾ ਹੈ। ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀ ਹੋ ਕਰਕੇ ਟੁਕੜੇ ਟੁਕੜੇ ਹੋ ਕਰਕੇ ਪਏ ਹਨ। ਤੇ ਉਸ ਵੇਲੇ ਫਿਰ ਜਿਹੜੇ ਸੈਨਿਕ ਕੁਝ ਗਏ ਜੰਗ ਦੇ ਮੈਦਾਨ ਦੇ ਵਿੱਚ, ਉਹਨਾਂ ਨੇ ਜਾ ਕਰਕੇ, ਕਿਉਂਕਿ ਲੱਲਾ ਬੇਗ 25,000 ਸੈਨਾ ਦਾ ਨੁਕਸਾਨ ਕਰਾ ਕੇ ਤੇ ਫਿਰ ਜਾ ਕੇ ਪਿਛਾਂਹ ਹਟ ਕੇ ਬੈਠ ਗਿਆ ਸੀਗਾ ਕਿ ਨਹੀਂ ਭਾਈ ਰਾਤ ਵੇਲੇ ਜੰਗ ਕਰਨਾ ਠੀਕ ਨਹੀਂ ਹੈ।
ਜਦੋਂ 25,000 ਦਾ ਨੁਕਸਾਨ ਹੋ ਗਿਆ ਫਿਰ ਸਮਝ ਆਈ ਸੀਗੀ। ਹੁਣ ਪਿੱਛੇ ਹੋ ਕੇ ਜਾ ਕੇ ਬੈਠਾ ਹੈ ਤੇ ਇਹਨੂੰ ਜਾ ਕਰਕੇ ਜਿਹੜੇ ਕੁਝ ਸੈਨਾਪਤੀ ਤੇ ਸਰਦਾਰ ਸੈਨਾ ਦੇ ਜਾ ਕੇ ਦੱਸਦੇ ਹਨ ਕਿ ਭਾਈ ਜੰਗ ਦੇ ਮੈਦਾਨ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਹੈ। ਸਹਿਤ ਸੈਨ ਕੇ ਖਪ ਗਇਓ ਨੈ ਮਰੈ ਨਿਹਾਰਾ। ਤੇ ਕਹਿਣ ਲੱਗੇ ਕਿ ਸੈਨਾ ਦੇ ਸਮੇਤ ਜਿਹੜੇ ਅਸੀਂ ਆਗੂ ਭੇਜੇ ਸਨ, ਸਹਿਤ ਸੈਨ ਕੇ ਖਪ ਗਇਓ, ਜੰਗ ਦੇ ਮੈਦਾਨ ਦੇ ਵਿੱਚ ਉਹ ਡਿੱਗੇ ਪਏ ਹਨ, ਧੜਾਂ ਤੇ ਧੜ ਤੇ ਘੋੜਿਆਂ ਤੇ ਘੋੜੇ ਪਏ ਹਨ। ਕਹਿਣ ਲੱਗੇ ਬਹੁਤ ਬੁਰਾ ਹਾਲ ਹੋਇਆ ਹੈ, ਹੇ ਲੱਲਾ ਬੇਗ ਅਸੀਂ ਅੱਖਾਂ ਦੇ ਨਾਲ ਜਾ ਕੇ ਤੱਕ ਕੇ ਆਏ ਹਾਂ। ਕਿਸੇ ਰੀਤ ਕੋ ਨ ਦੂਸਰੋ ਤੀਸਰ ਸੁਤਦਾ ਹੈ। ਤੇ ਉਸੇ ਤਰ੍ਹਾਂ ਹੀ ਫਿਰ ਜਿਹੜਾ ਹੋਰ ਆਦਮੀ ਭੇਜਿਆ ਸੀ, ਹੋਰ ਸੂਈਆ ਭੇਜਿਆ ਸੀਗਾ, ਇੱਕ ਇੱਕ ਨੇ ਆ ਕੇ ਵਾਰ-ਵਾਰ ਇਸੇ ਤਰ੍ਹਾਂ ਦੀ ਖਬਰ ਦਿੱਤੀ ਹੈ। ਮਾਰੇ ਅਨਿਕ ਸੈਨਾਪਤੀ ਸਭ ਸੈਨਾਸ਼ੈ। ਕਹਿਣ ਲੱਗੇ ਜਿੰਨੇ ਸੈਨਾਪਤੀ ਭੇਜੇ ਸਨ, ਜਿਹੜੇ ਅੱਗੇ ਲੱਗ ਕੇ ਗਏ ਸਨ, ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਪਏ ਹਨ ਔਰ ਕਿਸੇ ਨੂੰ ਵੀ ਗੁਰੂ ਕੇ ਯੋਧਿਆਂ ਨੇ ਛੱਡਿਆ ਨਹੀਂ। ਜਿਹੜਾ ਅੱਗੇ ਵਧਿਆ ਹੈ ਧਰਤੀ ਤੇ ਡੇਗ ਲਿਆ ਹੈ। ਦੂਰ ਹੁੰਦੋ ਰਣ ਖੇਤ ਤੇ ਸੁਣ ਸੁਣ ਵਿਸਮਾਇਓ। ਹੁਣ ਲੱਲਾ ਬੇਗ ਜੰਗ ਦੇ ਮੈਦਾਨ ਦੇ ਵਿੱਚ ਪਿਛਾਂਹ ਹਟ ਕੇ ਦੂਰ ਖੜਾ ਸੀਗਾ। ਦੂਰ ਹੋਤੋ ਰਣ ਖੇਤ ਤੇ ਸੁਣ ਸੁਣ ਵਿਸਮਾਇਓ। ਇੱਕ ਇੱਕ ਆਦਮੀ ਜਦੋਂ ਆ ਕੇ ਖਬਰ ਦਿੰਦਾ, ਹੇ ਲੱਲਾ ਬੇਗ ਇੱਧਰ ਵੀ ਐਡਾ ਵੱਡਾ ਢੇਰ ਲੱਗਿਆ ਹੈ, ਇੱਧਰ ਵੀ ਸਾਡੀ ਸੈਨਾ ਦਾ ਏਡਾ ਵੱਡਾ ਨੁਕਸਾਨ ਹੋਇਆ ਹੈ, ਤੇ ਸੁਣ ਸੁਣ ਕੇ ਬੜਾ ਭਾਰੀ ਦੁੱਖ ਮਹਿਸੂਸ ਕਰਦਾ ਹੈ ਤੇ ਬਹੁਤ ਹੈਰਾਨ ਵੀ ਹੁੰਦਾ ਹੈ। ਇਤੋ ਲਸ਼ਕਰ ਕੇ ਹਮਿਓ ਮੈਂ ਮਰਿਓ ਲਖਾਇਓ। ਤੇ ਕਹਿਣ ਲੱਗਾ, ਸੋਚਦਾ ਹੈ ਇੰਨਾ ਵੱਡਾ ਲਸ਼ਕਰ ਕਿਵੇਂ ਮਾਰਿਆ ਗਿਆ, ਕਿਵੇਂ ਖਤਮ ਹੋ ਗਿਆ। ਇਹ ਤੋਂ ਲਸ਼ਕਰ ਕਹਿ ਹਤਿਓ, ਕਿੰਨੇ ਆ ਕੇ ਮਾਰ ਦਿੱਤਾ। ਨਾ ਪਰਿਓ ਲਿਖਾਇਓ, ਸਾਨੂੰ ਸਮਝ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ ਹੈ। ਇਤ ਉਤ ਕਰਾਂ ਮਿਲੋ ਕਬੋ ਚਿਤ ਚਿੰਤ ਵਿਸਾਲਾ। ਤੇ ਹੁਣ ਇੱਧਰ ਉੱਧਰ ਦੇਖ ਰਹੇ ਹਨ ਕਿ ਹੁਣ ਕਰੀਏ ਕੀ। ਹੁਣ ਚਿੱਤ ਚਿੰਤ ਵਿਸਾਲਾ। ਲੱਲਾ ਬੇਗ ਜਿਉਂ-ਜਿਉਂ ਖਬਰ ਸੁਣਦਾ ਹੈ, ਇਹਦੇ ਮੱਥੇ ਤੇ ਤਰੇਲੀਆਂ ਆ ਰਹੀਆਂ ਹਨ ਕਿ ਅਸੀਂ ਬਾਦਸ਼ਾਹ ਦੇ ਨਾਲ ਵਾਅਦਾ ਕਰਕੇ ਆਏ ਸੀਗੇ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਉਂਦਿਆਂ ਹੋਇਆਂ ਤੁਹਾਡੇ ਦਰਬਾਰ ਦੇ ਵਿੱਚ ਪੇਸ਼ ਕਰਾਂਗੇ, ਗ੍ਰਿਫਤਾਰ ਕਰਕੇ ਸੈਨਾ ਖਤਮ ਕਰਕੇ ਅਸੀਂ ਆਏ ਜਾਣੋ। ਪਰ ਇਹ ਤਾਂ ਸਤਿਗੁਰਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਤੇ ਬੜੀ ਵੱਡੀ ਚਿੰਤਾ ਪੈਦਾ ਹੋ ਗਈ ਹੈ। ਭਗਨੀ ਪੁੱਤਰ ਸਮੀਤ ਥਿਤ ਬੋਲਿਓ ਤਿਸ ਕਾਲਾ। ਹੁਣ ਲੱਲਾ ਬੇਗ ਇਹਦੀ ਭੈਣ ਦਾ ਪੁੱਤਰ ਲਾਗੇ ਹੀ ਸੈਨਾਪਤੀ ਜਿਹੜਾ ਬਹੁਤ ਵੱਡਾ ਯੋਧਾ ਹੈ ਉਹ ਕੋਲ ਹੀ ਖੜਾ ਹੈ। ਭਗਣੀ ਪੁੱਤਰ ਸਮੀਪ ਥਿਤ ਬੋਲਿਓ ਤਿਸ ਕਾਲਾ। ਉਸੇ ਵੇਲੇ ਲੱਲਾ ਬੇਗ ਨੂੰ ਕਹਿਣ ਲੱਗਿਆ ਹੈ, ਮਾਤੁ ਕਿਆ ਦੇਖਤ ਖਰੇ ਰਣ ਸਮੈ ਵਿਚਾਰੋ। ਹੇ ਮਾਮਾ ਕੀ ਸੋਚ ਰਹੇ ਜੰਗ ਦੇ ਮੈਦਾਨ ਦੇ ਵਿੱਚ, ਹੁਣ ਪਿੱਛੇ ਹੋ ਕੇ ਬੈਠ ਕਿਉਂ ਗਿਆ ਹੈ। ਮਾਤਲ ਕਿਆ ਦੇਖਤ ਖਰੇ, ਹੁਣ ਇੱਥੇ ਖੜ ਕੇ ਕੀ ਦੇਖਦਾ ਹੈ। ਰਣ ਸਮੇਂ ਵਿਚਾਰੋ, ਦਿਨ ਚੜ ਗਿਆ ਹੈ, ਗੁਰੂ ਕੀ ਸੈਨਾ ਢਿੱਲ ਨਹੀਂ ਕਰੇਗੀ ਤੇ ਸਮੇਂ ਦੀ ਵਿਚਾਰ ਕਰੋ ਕਿ ਅਗਲਾ ਕੀ ਪ੍ਰੋਗਰਾਮ ਹੈ। ਹੋਏ ਨਾ ਅਸਰਿਫ ਆਏ ਇਤ ਨਿਜ ਗੋਜ ਸੰਭਾਰੋ। ਤੇ ਕਹਿਣ ਲੱਗੇ ਜੇ ਗੁਰੂ ਕੇ ਸਿੱਖਾਂ ਨੇ ਉਧਰੋਂ ਚੜ੍ਹਾਈ ਕਰ ਦਿੱਤੀ, ਹੋਏ ਨਾ ਅਸਰਿਫ ਆਏ ਇਤ, ਸਾਡੇ ਕੋਲੋਂ ਕੁਝ ਵੀ ਸਰਨਾ ਨਹੀਂ ਹੈ। ਨਿਜ ਓਜ ਸੰਭਾਰੋ, ਤੇ ਜਿੰਨੀ ਕੋ ਸੈਨਾ ਜਿੰਨੀ ਕੋ ਸਾਡੇ ਕੋਲ ਸ਼ਕਤੀ ਬਚੀ ਹੋਈ ਆ ਇਹਨੂੰ ਆਪਾਂ ਸੰਭਾਲੀਏ ਤੇ ਅਗਲੀ ਰਣਨੀਤੀ ਬਣਾਈਏ। ਮਰੇ ਸੋ ਗਏ ਨਾ ਆਏ ਆਏ ਫਿਰ ਜੀਵਤ ਹੈ ਜੇ। ਜਿਹੜੇ ਮਰ ਗਏ 25,000 ਉਹ ਤਾਂ ਹੁਣ ਵਾਪਸ ਆਉਣਗੇ ਨਹੀਂ, ਉਹ ਤਾਂ ਜੰਗ ਦੇ ਮੈਦਾਨ ਦੇ ਵਿੱਚ ਟੋਟੇ ਟੋਟੇ ਹੋ ਕੇ ਪਏ ਹਨ, ਉਹ ਨਹੀਂ ਵਾਪਸ ਆ ਸਕਣਗੇ। ਆ ਜਿਹੜੇ ਸਾਡੇ ਕੋਲ ਬਚੇ ਹੋਏ ਹਨ ਇਹਨਾਂ ਦੇ ਨਾਲ ਹੁਣ ਸਾਨੂੰ ਮੁਕਾਬਲਾ ਕਰਨਾ ਪਏਗਾ। ਇਹਨੋ ਯਤਨ ਕਰਬੋ ਬਨੈ ਦਾਨੇ ਬਟਤੇ। ਤੇ ਇਹਨਾਂ ਦੇ ਨਾਲ ਹੀ ਹੁਣ ਸਾਨੂੰ ਸੰਘਰਸ਼ ਯੁੱਧ ਕਰਨਾ ਪਏਗਾ। ਤੇ ਹੇ ਮਾਮਾ ਜੀ ਸਿਆਣੇ ਬਣੋ ਤੇ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਰਣਨੀਤੀ ਬਣਾ ਕੇ ਤੇ ਅੱਗੇ ਵੱਧਦੇ ਹਾਂ। ਚੜੇ ਮੁਤੇ ਹਮ ਲਰਨ ਕੋ ਨੈ ਖਾਨਾ ਖਾਨੇ। ਤੇ ਕਹਿਣ ਲੱਗੇ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਆਏ ਹਾਂ। ਤੇ ਆ ਜਿਹੜਾ ਦਿਨ ਚੜ੍ਹਨ ਦਾ ਖਾਣਾ ਤਿਆਰ ਹੋ ਰਿਹਾ ਹੈ, ਕੁਛ ਜਿਹੜੇ ਲਾਂਗਰੀ ਜਿਹੜੇ ਨਾਲ ਗਏ ਸਨ, ਕਿਉਂਕਿ ਕਈ ਦਿਨਾਂ ਤੋਂ ਇਹ ਕਿਤੇ ਚੰਗੀ ਤਰ੍ਹਾਂ ਠਹਿਰੇ ਨਹੀਂ,
ਤੇ ਕੁਛ ਖਾਣ ਪੀਣ ਦਾ ਪ੍ਰਬੰਧ ਕਰ ਰਹੇ ਹਨ। ਤੇ ਹੁਣ ਇਹਦੇ ਭਰਾ ਦੇ ਪੁੱਤਰ, ਇਹਦੇ ਭੈਣ ਦੇ ਪੁੱਤਰ ਨੇ ਸਲਾਹ ਦਿੱਤੀ, ਜਿਹੜਾ ਬੜਾ ਵੱਡਾ ਜਰਨੈਲ ਹੈ, ਕਹਿਣ ਲੱਗਾ ਕਿ ਖਾਣਾ ਪੀਣਾ ਵਿੱਚ ਹੀ ਰਹਿ ਜਾਏਗਾ ਜੇ ਗੁਰੂ ਕਾ ਦਲ ਚੜ੍ਹ ਕੇ ਆ ਗਿਆ। ਇਸ ਕਰਕੇ ਅਸੀਂ ਇੱਥੇ ਖਾਣ ਪੀਣ ਵਾਸਤੇ ਨਹੀਂ ਆਏ, ਅਸੀਂ ਤਾਂ ਜੰਗ ਕਰਨ ਵਾਸਤੇ ਆਏ ਹਾਂ। ਖਾਣਾ ਪੀਣਾ ਹੁਣ ਛੱਡ ਦੇਵੋ ਜੀ। ਮਾਰਨ ਮਰਨੋ ਕਾਜ ਰਨ ਕਿਆ ਚਿੰਤਾ ਖਾਨੇ। ਹੁਣ ਤਾਂ ਜੰਗ ਦੇ ਮੈਦਾਨ ਦੇ ਵਿੱਚ ਜਾਂ ਮਰਨ ਦਾ ਤੇ ਜਾਂ ਮਾਰਨ ਦਾ ਕੰਮ ਰਹਿ ਗਿਆ ਹੈ। ਹੁਣ ਛਕਣਾ ਛਕਾਉਣਾ ਸਾਰੇ ਭੁੱਲ ਜਾਵੋ। ਇਹ ਸਮਾਂ ਇਸ ਤਰ੍ਹਾਂ ਦਾ ਹੈ, ਮਾਰਨ ਮਰਨ ਕਾਜ ਰਨ ਕਿਆ ਚਿੰਤਾ ਠਾਨੇ। ਹੁਣ ਚਿੰਤਾ ਕਰਨ ਦੀ ਜਿਹੜੀ ਕੋਈ ਲੋੜ ਨਹੀਂ ਹੈ। ਜੰਗ ਦੇ ਮੈਦਾਨ ਦੇ ਵਿੱਚ ਅੱਗੇ ਵਧੀਏ ਜੀ। ਲੱਲਾ ਬੇਗ ਸੁਨ ਪੁਨ ਭਨਿਓ ਕਿਉਂ ਨਹੀਂ ਵਿਚਾਰੋ। ਤੇ ਲੱਲਾ ਬੇਗ ਦੁੱਖ ਦੇ ਨਾਲ ਭਰਿਆ ਹੋਇਆ ਕਹਿਣ ਲੱਗਾ, ਵਿਚਾਰੀਏ ਵੀ ਕਿਉਂ ਨਾ, ਹੁਣ ਤਾਂ ਸਾਨੂੰ ਅਗਲੀ ਵਿਚਾਰ ਕਰਨੀ ਪਏਗੀ। ਚੌਥੇ ਭਾਗ ਸੋ ਦਲ ਰਹਿਓ ਤ੍ਰੈ ਭਾਗ ਸੋ ਮਾਰੋ। ਕਹਿਣ ਲੱਗੇ ਰਾਤੋਂ ਰਾਤ ਜੰਗ ਦੇ ਮੈਦਾਨ ਦੇ ਵਿੱਚ ਇੱਕ ਹਿੱਸਾ ਸੈਨਾ ਬਚੀ ਹੈ, 3 ਹਿੱਸੇ ਸਤਿਗੁਰਾਂ ਨੇ ਸੈਨਾ ਰਾਤੋਂ ਰਾਤ ਹੀ ਖਤਮ ਕਰ ਦਿੱਤੀ ਹੈ। ਏਡਾ ਵੱਡਾ ਯੁੱਧ ਹੋਇਆ ਹੈ, ਇੰਨਾ ਵੱਡਾ ਗੁਰੂ ਕੇ ਸਿੱਖਾਂ ਨੇ ਨੁਕਸਾਨ ਕੀਤਾ ਹੈ। 3 ਹਿੱਸੇ ਸਾਡੀ ਫੌਜ ਰਾਤੋਂ ਰਾਤੀ ਖਤਮ ਹੋ ਗਈ ਹੈ, ਇੱਕ ਹਿੱਸਾ ਸੈਨਿਕ ਸਾਡੇ ਕੋਲ ਬਚੇ ਹਨ। ਕਹਾਂ ਵਿਜੈ ਅਬ ਹੋਏਗੀ ਰਹਿ ਗਏ ਭਟ ਥੋਰੇ। ਮੈਂ ਇਹ ਸੋਚ ਰਿਹਾ ਹਾਂ, ਲੱਲਾ ਬੇਗ ਦੁੱਖ ਦੇ ਵਿੱਚ ਕਹਿ ਰਿਹਾ ਹੈ ਕਿ ਇੰਨੇ ਕੋ ਸੈਨਿਕਾਂ ਦੇ ਨਾਲ ਹੁਣ ਸਾਡੀ ਵਿਜੇ ਹੋ ਜਾਏਗੀ, ਅਸੀਂ ਜਿੱਤ ਜਾਵਾਂਗੇ। ਜਰਨੈਲ ਤੇ ਯੋਧੇ ਥੋੜੇ ਹਨ। ਲਖਿਓ ਨਾ ਸ਼ਤਰੂ ਭੇਤ ਕੋ ਡੇਰਾ ਕਿਤ ਔਰੇ। ਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਜਿਹੜਾ ਸਤਿਗੁਰੂ ਹੈ ਉਹਦਾ ਡੇਰਾ ਕਿੱਥੇ ਹੈ, ਉਹਦਾ ਟਿਕਾਣਾ ਕਿੱਥੇ ਹੈ, ਤੇ ਕਿਸ ਢੰਗ ਦੇ ਨਾਲ ਉਹਨਾਂ ਨੇ ਯੁੱਧ ਕੀਤਾ ਹੈ ਤੇ ਮੋਰਚਾਬੰਦੀ ਕੀਤੀ ਹੋਈ ਹੈ। ਰਾਤ ਅਸੀਂ ਹਮਲਾ ਕਰਕੇ ਤੇ ਸਾਡੇ ਸੈਨਿਕ ਖੱਪ ਗਏ, ਮਰ ਗਏ, ਤੇ ਸਾਨੂੰ ਤਾਂ ਉਹਨਾਂ ਦੇ ਟਿਕਾਣੇ ਬਾਰੇ ਵੀ ਅਜੇ ਤੱਕ ਨਹੀਂ ਪਤਾ ਲੱਗਿਆ ਹੈ। ਆਏ ਅਗਾਉ ਰੋਗ ਕਰ ਤਮ ਮਹਿ ਦਲ ਮਾਰਾ। ਤੇ ਕਹਿਣ ਲੱਗੇ ਉਹ ਆਪਣੇ ਟਿਕਾਣੇ ਤੋਂ ਅਗਾਂਹ ਆ ਕੇ ਕਿਤੇ ਹੋਰ ਜਗ੍ਹਾ ਤੇ ਲੜੇ ਹਨ, ਤੇ ਬਹੁਤ ਵੱਡਾ ਜਿਹੜਾ ਸਾਡਾ ਦਲ ਹੈ ਉਹ ਖਤਮ ਕਰ ਦਿੱਤਾ ਹੈ। ਆਪਾਂ ਪਿਛਲੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਸੀਗਾ ਕਿ ਗਰੀਬ ਨਿਵਾਜ 6ਵੇਂ ਪਾਤਸ਼ਾਹ ਜੀ ਉਸ ਵੇਲੇ ਮਾਲਵੇ ਕਾਂਗੜ ਪਿੰਡ ਦੇ ਵਿੱਚ ਸਨ, ਪਰ ਉਸ ਪਿੰਡ ਤੋਂ 4 ਕੋ ਇੱਕ ਪਾਸੇ ਜਾ ਕੇ, ਇੱਕ ਸਾਈਡ ਤੇ ਜਾ ਕਰਕੇ, ਤੇ ਮਹਾਰਾਜ ਪਿੰਡ ਦੇ ਕੋਲ ਇੱਕ ਤਲਾਬ ਦੇ ਕੰਢੇ ਤੇ ਜਾ ਕਰਕੇ ਇਹਨਾਂ ਨੇ ਜੰਗ ਦੇ ਮੈਦਾਨ ਦਾ ਜਾਇਜ਼ਾ ਲੈ ਕਰਕੇ ਉੱਥੇ ਤਿਆਰੀ ਕੀਤੀ ਸੀ। ਉੱਥੇ ਦਲ ਬੈਠਾ ਹੋਇਆ ਸੀਗਾ ਤੇ ਪਿੱਛਾ ਕਰਦੇ ਕਰਦੇ ਇਹ ਰਾਤ ਠਹਿਰੇ ਨਹੀਂ। ਲੱਗਿਆ ਇਹਨਾਂ ਨੂੰ ਇਹ ਸੀਗਾ ਕਿ ਸਤਿਗੁਰਾਂ ਦੀ ਸੈਨਾ ਅਵੇਸਲੀ ਹੋਏਗੀ, ਪਤਾ ਨਹੀਂ ਲੱਗੇਗਾ, ਪਰ ਗੁਰੂ ਕੇ ਸਿੱਖਾਂ ਨੇ ਕਈ ਦਿਨ ਪਹਿਲਾਂ ਹੀ ਮੋਰਚਾਬੰਦੀ ਕੀਤੀ ਹੋਈ ਹੈ ਔਰ ਹੁਣ ਤਗੜਾ ਮੁਕਾਬਲਾ ਕੀਤਾ ਹੈ। ਤੇ ਕਹਿਣ ਲੱਗੇ ਹੁਣ ਇਹ ਆਪਸ ਦੇ ਵਿੱਚ ਵਿਚਾਰਾਂ ਕਰਦੇ ਹਨ ਕਿ ਇੰਝ ਲੱਗਦਾ ਹੈ ਸਤਿਗੁਰੂ ਜੀ ਜਿਹੜੇ ਉਹ ਆਪਣੇ ਅਸਲੀ ਟਿਕਾਣੇ ਤੇ ਨਹੀਂ ਹੋਰ ਕਿਤੋਂ ਲੜ ਰਹੇ ਹਨ। ਕਟੇ ਆਪ ਮੈਂ ਸ਼ਸਤਰ ਕਹੈ ਨਹਿ ਕਰੀ ਸੰਭਾਰਾ। ਤੇ ਜਿਹੜੇ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਰਾਤੀ ਸੂਰਮੇ ਭੇਜੇ ਸਨ, ਕਹਿਣ ਲੱਗੇ ਕਈ ਤਾਂ ਆਪਸ ਦੇ ਵਿੱਚ ਇੱਕ ਦੂਜੇ ਦੇ ਦਲ ਤੇ ਹੀ ਹਮਲਾ ਕਰਕੇ ਖਤਮ ਹੋ ਗਏ ਹਨ, ਤੇ ਉਹ ਸ਼ਸਤਰ ਨਹੀਂ ਸੰਭਾਲ ਸਕੇ, ਉਹ ਅਸਲ ਦੇ ਵਿੱਚ ਕੋਈ ਨੀਤੀ ਨਹੀਂ ਬਣਾ ਸਕੇ ਹਨ। ਕਾਸਮ ਬੇਗ ਅਰ ਸ਼ਮਸ ਬੇਗ ਦੋਨੋਂ ਸੁਤ ਤੀਰਾ। ਤੇ ਉਸ ਵੇਲੇ ਲੱਲਾ ਬੇਗ ਦੇ ਕੋਲ ਇਹਦੇ ਪੁੱਤਰ ਕਾਸਮ ਬੇਗ ਔਰ ਸ਼ਮਸ ਬੇਗ ਦੋਵੇਂ ਕੋਲ ਸਨ, ਔਰ ਇਹ ਵੀ ਜੰਗ ਦੇ ਮੈਦਾਨ ਦੇ ਵਿੱਚ ਸੈਨਾ ਦੇ ਦਲ ਅੱਗੇ ਲੈ ਕੇ ਗਏ ਸਨ, ਪਰ ਪਿਛਾਂ ਹਟ ਗਏ ਬਾਅਦ ਵਿੱਚ, ਤੇ ਦੋਨੋਂ ਕੋਲ ਖੜੇ ਹਨ। ਤੇ ਹੁਣ ਇਹਨਾਂ ਨੇ ਵੀ ਆਪਣੀ ਰਾਏ ਰੱਖੀ ਹੈ। ਭਰਾਤਾ ਕਮਰ ਬੇਗ ਟਿਕ ਬੋਲਿਓ ਧਰ ਧੀਰਾ। ਤੇ ਨਾਲ ਹੀ ਲੱਲਾ ਬੇਗ ਦਾ ਭਰਾ ਕੰਬਰ ਬੇਗ ਇਹ ਕੋਲ ਖੜਾ ਸੀਗਾ, ਤੇ ਬੜੇ ਧੀਰਜ ਦੇ ਨਾਲ ਲੱਲਾ ਬੇਗ ਨੂੰ ਇਸ ਤਰ੍ਹਾਂ ਬੇਨਤੀ ਕਰਦਾ ਹੈ। ਕਹਾ ਕਰੈ ਲਸ਼ਕਰ ਮਰਿਓ ਕਰ ਕੋ ਮਤ ਮਾਰਿਓ। ਤੇ ਕਹਿਣ ਲੱਗੇ ਅਸਲ ਦੇ ਵਿੱਚ ਸਾਡੀ ਭੈੜੀ ਗਲਤ ਸੋਚ ਦਾ ਇਹ ਨਤੀਜਾ ਹੋਇਆ ਹੈ। ਜਿਹੜੀ ਅਸੀਂ ਤਰਤੀਬ ਬਣਾਈ ਸੀ ਉਹ ਸਾਡੇ ਤੇ ਉਲਟ ਪੈ ਗਈ ਹੈ। ਕੋ ਮਤ ਦੇ ਕਰਕੇ, ਗਲਤ ਨੀਤੀ ਦੇ ਕਰਕੇ ਅਸੀਂ ਆਪ ਆਪਣੀ ਸੈਨਾ ਦਾ ਬਹੁਤ ਵੱਡਾ ਨੁਕਸਾਨ ਕਰਾ ਬੈਠੇ ਹਾਂ। ਸਾਨੂੰ ਰਾਤ ਵੇਲੇ ਗੁਰੂ ਕੇ ਸਿੱਖਾਂ ਦੇ ਉੱਪਰ ਚੜ੍ਹਾਈ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਉਹ ਤਿਆਰੀ ਦੇ ਵਿੱਚ ਬੈਠੇ ਹੋਏ ਸਨ।
ਹੁਣ ਆਪਸ ਦੇ ਵਿੱਚ ਸਲਾਹਾਂ ਕਰ ਰਹੇ ਹਨ। ਕਹਿਣ ਲੱਗੇ ਸਾਡੀ ਗਲਤ ਨੀਤੀ ਦੇ ਕਰਕੇ ਏਡਾ ਵੱਡਾ ਨੁਕਸਾਨ ਹੋਇਆ ਹੈ। ਭਗਤ ਸ਼ੁੱਧਤ ਪਾਰਾ ਪਰਿਓ ਕਹਿ ਭੀਰ ਕਰਾਇਓ। ਕਹਿਣ ਲੱਗੇ ਸਾਡਾ ਜਿਹੜਾ ਦਲ ਸੀਗਾ, ਸਾਡੀ ਸੈਨਾ ਲੰਮਾ ਸਫ਼ਰ ਤੈਅ ਕਰਕੇ ਇੱਕ ਤਾਂ ਥੱਕੀ ਹੋਈ ਸੀ, ਥਕਤ ਸ਼ੁੱਧਤ, ਤੇ ਦੂਜਾ ਉਹ ਭੁੱਖੇ ਸਨ। ਰਸਤੇ ਦੇ ਵਿੱਚ ਕੋਈ ਚੰਗਾ ਉਹਨਾਂ ਦਾ ਪ੍ਰਬੰਧ ਨਹੀਂ ਸੀ ਹੋ ਸਕਿਆ ਖਾਣ ਪੀਣ ਦਾ। ਤੇ ਕਹਿਣ ਲੱਗੇ ਪਾਰਾ ਪਰਿਓ, ਤੇ ਤੀਜੀ ਗੱਲ ਸੀਗੀ ਅੱਤ ਦੀ ਠੰਡ ਸੀਗੀ, ਤੇ ਆਉਂਦਿਆਂ ਸਾਰੀ ਅਸੀਂ ਇੰਨੀ ਦੂਰ ਤੋਂ ਚੱਲ ਕੇ ਆਏ ਤੇ ਉਸੇ ਵੇਲੇ ਗੁਰੂ ਦੇ ਦਲ ਦੇ ਨਾਲ ਆਪਣੀ ਸੈਨਾ ਦਾ ਭੇੜ ਕਰਾ ਦਿੱਤਾ, ਆਉਂਦਿਆਂ ਸਾਰੀ ਜੰਗ ਕਰਾ ਦਿੱਤਾ, ਜਿਹੜਾ ਠੀਕ ਨਹੀਂ ਹੋਇਆ ਹੈ। ਸ਼ਤਰੂ ਤਪਤ ਪਾਵਕ ਨਿਕਟ ਸਭ ਵਿਦ ਵਿਸਰਾਮੇ। ਤੇ ਜਿਹੜੇ ਸ਼ਤਰੂ ਸਨ, ਜਿਹੜੇ ਸਤਿਗੁਰਾਂ ਦੀ ਫੌਜ ਹੈ, ਉਹ ਪਹਿਲਾਂ ਤੋਂ ਤਿਆਰੀ ਦੇ ਵਿੱਚ ਸੀਗੀ। ਉਹਨਾਂ ਨੇ ਅੰਗੀਠੇ ਬਾਲੇ ਹੋਏ ਸਨ, ਧੂਏ ਲਾਏ ਹੋਏ ਸਨ। ਉਹਨਾਂ ਦਾ ਜਿਹੜਾ ਸਰੀਰ ਹੈ ਉਹ ਨਿੱਘਾ ਸੀਗਾ, ਗਰਮ ਸੀਗਾ, ਤੇ ਤਿਆਰੀ ਦੇ ਵਿੱਚ ਸਨ। ਪਰ ਸਾਡੇ ਸੂਰਮਿਆਂ ਦੇ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ ਹੈ। ਉਠਤ ਤੁਰੰਤ ਤਜ ਤੁਪਕ ਗਨ ਹੱਥ ਪਠ ਜਮ ਧਾਮੇ। ਗੁਰੂ ਕੇ ਜਿਹੜੇ ਯੋਧੇ ਸਨ ਉਹ ਫੁਰਤੀ ਦੇ ਨਾਲ ਆਏ, ਅੱਗੇ ਵਧੇ। ਉਠਤ ਤੁਰੰਤ ਤਜ ਤੁਪਕ ਗਨ, ਉਹਨਾਂ ਨੇ ਆਉਂਦਿਆਂ ਸਾਰੀ ਸਿੱਧੀਆਂ ਕਰ ਕਰਕੇ ਬੰਦੂਕਾਂ ਤੇ ਕਮਾਨ ਤੀਰ ਨਿਸ਼ਾਨੇ ਲੈ ਲੈ ਕੇ ਸਾਡੀ ਸੈਨਾ ਦਾ ਬਹੁਤ ਵੱਡਾ ਨੁਕਸਾਨ ਕੀਤਾ। ਤੇ ਉਹਨਾਂ ਨੂੰ ਜਮ ਦੇ ਦੂਤ, ਤੀਰ ਜਿਹੜੇ ਸਨ ਉਹ ਜਮ ਦੇ ਦੂਤ ਬਣ ਕੇ ਆਏ ਤੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮੈਂ ਬਹੁ ਵਿਦ ਬੁੱਧ ਕਰ ਰਹਿਓ ਨਹਿ ਬਨਿਓ ਉਪਾਈ। ਤੇ ਉਸ ਵੇਲੇ ਫਿਰ ਕੰਬਰ ਬੇਗ ਲੱਲਾ ਬੇਗ ਨੂੰ ਕਹਿ ਰਿਹਾ ਹੈ, ਰਾਤ ਮੈਂ ਜਦੋਂ ਅੱਗੇ ਸੈਨਾ ਲੈ ਕੇ ਗਿਆ ਸੀ, ਮੈਂ ਬੜਾ ਯਤਨ ਕੀਤਾ ਕਿ ਸਤਿਗੁਰਾਂ ਦੀ ਸੈਨਾ ਦਾ ਟਿਕਾਣੇ ਦਾ ਪਤਾ ਲੱਗੇ ਔਰ ਇਹਨਾਂ ਦਾ ਅਸੀਂ ਨੁਕਸਾਨ ਕਰ ਸਕੀਏ। ਪਰ ਸਾਡੀ ਜਿਹੜੀ ਸੈਨਾ ਉਹ ਥੱਕੀ ਹੋਈ ਸੀਗੀ। ਕਹਿਣ ਲੱਗਾ, ਉਸ ਵੇਲੇ ਕਹਿੰਦਾ ਹੈ, ਮੈਂ ਬਹੁ ਵਿਦ ਬੁੱਧ ਕਰ ਰਹਿਓ, ਮੈਂ ਬੜੀ ਆਪਣੀ ਬੁੱਧ ਦਾ ਇਸਤੇਮਾਲ ਕੀਤਾ। ਪਰ ਕਹਿਣ ਲੱਗੇ ਕਿ ਭਾਈ ਨਹਿ ਰਹਿਓ ਉਪਾਈ, ਬਣਿਓ ਉਪਾਈ, ਪਰ ਮੇਰਾ ਕੋਈ ਵੀ ਹੀਲਾ ਵਸੀਲਾ ਕੰਮ ਨਹੀਂ ਆਇਆ ਹੈ। ਨੀਠ ਨੀਠ ਇੱਕ ਤੁਪਕ ਭਟ ਰਣ ਸਕੇ ਚਲਾਈ। ਤੇ ਸਾਡੇ ਜਿਹੜੇ ਯੋਧੇ ਸਨ ਠੰਡ ਦੇ ਵਿੱਚ ਠਰੇ ਹੋਏ ਤੇ ਇਤਨੇ ਥੱਕੇ ਹੋਏ ਸਨ, ਇਹ ਬੰਦੂਕਾਂ ਚੁੱਕਦੇ ਸਨ ਤੇ ਕਿਸੇ ਕਿਸੇ ਦਾ ਨਿਸ਼ਾਨਾ ਲੱਗਦਾ ਸੀਗਾ। ਕੋਈ ਜਿਹੜਾ ਵਿੱਚੋਂ ਸਿੱਧਾ ਤੀਰ ਚਲਾ ਰਿਹਾ ਸੀਗਾ। ਬਹੁਤੇ ਤਾਂ ਠੰਡ ਦੇ ਵਿੱਚ ਠਰੇ ਹੋਏ ਤੇ ਅਵੇਸਲੇ ਸਨ, ਕਈ ਨਸ਼ੇ ਦੇ ਵਿੱਚ ਸਨ, ਗੁਲਤਾਨ, ਕਈ ਠੰਡ ਦੇ ਮਾਰੇ ਹੋਏ ਸਨ, ਥੱਕੇ ਹੋਏ ਸਨ। ਉਹਨਾਂ ਨੇ ਸੋਹਣੇ ਢੰਗ ਦੇ ਨਾਲ ਜੰਗ ਨਹੀਂ ਲੜਿਆ। ਮੈਂ ਯਤਨ ਬੜਾ ਕੀਤਾ ਸੀਗਾ। ਕਹਿਣ ਲੱਗੇ ਉਹਨਾਂ ਦੇ ਹੱਥ ਨਹੀਂ ਉੱਠੇ ਸਾਡੀ ਸੈਨਾ ਦੇ, ਨਾ ਤਲਵਾਰ ਦੇ ਉੱਪਰ ਹੱਥ ਗਏ ਤੇ ਨਾ ਕੋਈ ਤੀਰ ਚੱਲਿਆ ਤੇ ਨਾ ਕੋਈ ਬੰਦੂਕ ਦਾ ਨਿਸ਼ਾਨਾ ਲੱਗਿਆ। ਇਸ ਕਰਕੇ ਸਾਰੇ ਜਿਹੜੇ ਦੁਸ਼ਮਣ ਸਨ, ਜਿਹੜੇ ਸਤਿਗੁਰਾਂ ਦੀ ਸੈਨਾ, ਉਹਨਾਂ ਦਾ ਦਾਅ ਚੱਲ ਗਿਆ ਸੀਗਾ। ਖੜਗ ਪ੍ਰਹਾਰੇ ਆਨ ਕਰ ਲਸ਼ਕਰ ਬਕਲਾਇਆ। ਤੇ ਕਹਿਣ ਲੱਗੇ ਫਿਰ ਗੁਰੂ ਕੇ ਦਲ ਨੇ ਖੜਗ ਕਿਰਪਾਨਾਂ ਹੱਥ ਦੇ ਵਿੱਚ ਲੈ ਕਰਕੇ ਪਹਿਲਾਂ ਤੀਰ ਔਰ ਗੋਲੀਆਂ ਤੇ ਬਾਅਦ ਵਿੱਚ ਤਲਵਾਰਾਂ ਦੇ ਨਾਲ ਆ ਕੇ ਭਿਆਨਕ ਯੁੱਧ ਕੀਤਾ। ਤੇ ਕਹਿਣ ਲੱਗੇ ਵੱਡਾ ਜਿਹੜਾ ਲਸ਼ਕਰ ਉਹ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ। ਜਾਣੇ ਪਰੇ ਨਾ ਅਪਰ ਪਰ ਕਟ ਆਪ ਸਮਾਹੀ। ਤੇ ਫਿਰ ਮਿਸਾਲਾਂ ਬੁਝਣ ਦੇ ਕਰਕੇ, ਹਨੇਰਾ ਹੋਣ ਕਰਕੇ ਤੇ ਉਧਰ ਇਲਾਕੇ ਦਾ ਭੇਤ ਨਾ ਹੋਣ ਕਰਕੇ ਤੇ ਕਈ ਵਾਰ ਰਾਤ ਸਮਝ ਹੀ ਨਹੀਂ ਆਈ। ਸਾਡੇ ਹੀ ਦਲ ਤੇ ਕਈ ਵਾਰ ਹਮਲਾ ਵੀ ਕਰ ਦਿੱਤਾ। ਕਹਿਣ ਲੱਗੇ ਆਪਸ ਦੇ ਵਿੱਚ ਲੜ ਕੇ ਵੀ ਬਹੁਤ ਮਰੇ ਹਨ। ਬਿਨਾ ਨੀਲ ਤੇ ਲਰਨ ਰਨ ਜੈ ਪਾਵਤ ਨਾਹੀ। ਕਹਿਣ ਲੱਗੇ ਇਸੇ ਤਰ੍ਹਾਂ ਇੱਕ ਸਾਡੇ ਕੋਲ ਰਾਤ ਵੇਲੇ ਕੋਈ ਨੀਤੀ ਨਹੀਂ ਸੀਗੀ। ਆਉਂਦਿਆਂ ਸਾਰੀ ਤਾਂ ਹਮਲਾ ਕਰ ਦਿੱਤਾ। ਜੰਗ ਦੇ ਮੈਦਾਨ ਨੂੰ ਪਹਿਲਾਂ ਦੇਖਿਆ ਜਾਂਦਾ ਹੈ, ਫਿਰ ਵਿਰੋਧੀਆਂ ਦੀ ਸੈਨਾ ਦਾ ਹਿਸਾਬ ਕਿਤਾਬ ਲਾਇਆ ਜਾਂਦਾ ਹੈ। ਉਸ ਢੰਗ ਦੇ ਨਾਲ ਫਿਰ ਦਲ ਦੀ ਵੰਡ ਕਰਕੇ ਤੇ ਜੰਗ ਕੀਤਾ ਜਾਂਦਾ ਹੈ। ਪਰ ਇਹ ਲੱਲਾ ਬੇਗ, ਇਹਦਾ ਛੋਟਾ ਭਰਾ ਵੱਡੇ ਭਰਾ ਲੱਲਾ ਬੇਗ ਨੂੰ ਕਹਿ ਰਿਹਾ ਹੈ, ਕਹਿਣ ਲੱਗਾ ਸੀ ਅੱਗੇ ਗਏ ਪਰ ਹਾਰ ਅਸੀਂ ਇਸ ਕਰਕੇ ਗਏ, ਸਾਡਾ ਨੁਕਸਾਨ ਇਸ ਕਰਕੇ ਵੱਡਾ ਹੋਇਆ, ਸਾਡੇ ਕੋਲ ਕੋਈ ਤਰੀਕਾ ਨਹੀਂ ਸੀਗਾ, ਸਾਡੀ ਕੋਈ ਨੀਤੀ ਨਹੀਂ, ਅਸੀਂ ਨੀਤੀ ਘੜ ਕੇ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਨਹੀਂ ਵਧੇ ਹਾਂ। ਅਬ ਤਮ ਬਿਨ ਸਿਓ ਜਾਨੀਏ ਪਾਰਾ ਹੋਏ ਥੋਰਾ। ਤੇ ਪਰ ਕਹਿਣ ਲੱਗੇ ਹੈ ਲੱਲਾ ਬੇਗ, ਇੱਕ ਤਾਂ ਹੁਣ ਰਾਤ ਲੰਘ ਗਈ ਹੈ, ਦਿਨ ਚੜ ਗਿਆ ਹੈ, ਸਾਨੂੰ ਘੱਟੋ ਘੱਟ ਪਤਾ ਤਾਂ ਲੱਗੇਗਾ ਗੁਰੂ ਕੇ ਸਿੱਖ ਕਿੱਥੇ ਹਨ।
ਉਹਨਾਂ ਦੀ ਮੋਰਚਾਬੰਦੀ ਕੈਸੀ ਹੈ, ਕਿੰਨੀ ਕੁ ਗਿਣਤੀ ਹੈ। ਕਹਿਣ ਲੱਗੇ ਇੱਕ ਤਾਂ ਦਿਨ ਚੜ੍ਹ ਗਿਆ ਹੈ ਤੇ ਇੱਕ ਹੁਣ ਪਾਲਾ ਵੀ ਜਿਹੜਾ ਪਹਿਲਾਂ ਨਾਲੋਂ ਘਟ ਗਿਆ। ਦਿਨ ਚੜ੍ਹਨ ਕਰਕੇ ਰਾਤ ਜ਼ਿਆਦੀ ਠੰਡ ਸੀਗੀ। ਤੇ ਕਹਿਣ ਲੱਗੇ ਕਿ ਹੁਣ ਹੁਤੇ ਹੇਤ ਦੋਏ ਮਰਨ ਕੋ ਸੋ ਰਹੇ ਨਾ ਘੋਰਾ। ਕਹਿਣ ਲੱਗੇ ਹੁਣ ਰਾਤ ਜਿੰਨਾ ਨੁਕਸਾਨ ਨਹੀਂ ਹੋਏਗਾ, ਵੱਡੀ ਸੈਨਾ ਲੈ ਕਰਕੇ ਤੇ ਘੋਰ ਜੰਗ ਕਰਕੇ ਅਸੀਂ ਗੁਰੂ ਕੇ ਦਲ ਨੂੰ ਖਤਮ ਕਰਨ ਦਾ ਯਤਨ ਕਰਾਂਗੇ। ਸ਼ੁੱਧਤ ਸ਼੍ਰਮਤ ਲਸ਼ਕਰ ਕਹੈ ਸੋ ਮਿਟੈ ਨਾ ਜਾਹੈ। ਪਰ ਦੋ ਚੀਜ਼ਾਂ ਸਾਡੇ ਹੱਕ ਦੇ ਵਿੱਚ ਹਨ। ਇੱਕ ਤਾਂ ਹੁਣ ਦਿਨ ਚੜ੍ਹ ਗਿਆ ਹੈ ਤੇ ਦੂਸਰਾ ਪਾਲਾ ਜਿਹੜਾ ਠੰਡ ਉਹ ਘਟ ਗਈ ਹੈ। ਪਰ ਦੋ ਗੱਲਾਂ ਅਜੇ ਵੀ ਨੁਕਸਾਨ ਵਾਲੀਆਂ ਹਨ ਕਿ ਸਾਡੀ ਸੈਨਾ ਅਜੇ ਵੀ ਭੁੱਖੀ ਹੈ ਤੇ ਰਾਤ ਆ ਕਰਕੇ ਰਾਤ ਦੀ ਥੱਕੀ ਹੋਈ ਹੈ, ਕੋਈ ਵਿਸ਼ਰਾਮ ਦਾ ਪ੍ਰਬੰਧ ਨਹੀਂ ਹੋ ਸਕਿਆ ਹੈ। ਰਾਤ ਵੀ ਜੰਗ ਦੇ ਵਿੱਚ ਹੀ ਲੰਘ ਗਈ ਹੈ। ਕਹਿਣ ਲੱਗੇ ਹੁਣ ਵੀ ਜਿਹੜੀ ਜਿੱਤ ਪ੍ਰਾਪਤ ਕਰਨੀ ਤਾਂ ਭਾਵੇਂ ਮੁਸ਼ਕਲ ਹੈ। ਅਬ ਹਟ ਬੋ ਨੈ ਪੰਥ ਹੈ ਰਿਪ ਸਿਰ ਪਰ ਹੈ। ਪਰ ਹੇ ਲੱਲਾ ਬੇਗ, ਹੁਣ ਜੰਗ ਦੇ ਮੈਦਾਨ ਨੂੰ ਛੱਡਣਾ ਠੀਕ ਨਹੀਂ ਹੈ, ਪਿੱਛੇ ਹਟ ਕੇ ਬੈਠ ਜਾਣਾ ਠੀਕ ਨਹੀਂ ਹੈ। ਅਬ ਹਟਵੋ ਨੈ ਬਣਤ ਹੈ, ਹੁਣ ਤਾਂ ਸਾਡਾ ਪਿੱਛੇ ਇੱਥੇ ਖੜਨਾ ਬਣਦਾ ਹੀ ਨਹੀਂ ਹੈ, ਕਿਉਂਕਿ ਦੁਸ਼ਮਣ ਕਦੇ ਵੀ ਆ ਕੇ ਵੱਡਾ ਹਮਲਾ ਕਰ ਸਕਦਾ ਹੈ। ਤੇ ਹੁਣ ਦਮਾਮੇ ਵਜਾਈਏ, ਨਗਾਰੇ ਵਜਾਈਏ, ਵੱਡੀ ਆਵਾਜ਼ ਪੈਦਾ ਕਰਕੇ ਤੇ ਸੈਨਾ ਦਲ ਤਿਆਰ ਕਰਕੇ ਸਾਨੂੰ ਗੁਰੂ ਕੀ ਸੈਨਾ ਤੇ ਪ੍ਰਹਾਰ ਕਰਨਾ ਚਾਹੀਦਾ ਹੈ। ਤੇ ਕਹਿਣ ਲੱਗੇ ਕਿ ਹੁਣ ਵੱਡਾ ਸਾਰਾ ਰੌਲਾ ਉੱਧਰੋਂ ਵੀ ਮਚ ਰਿਹਾ, ਗੁਰੂ ਕੀ ਜਿਹੜੀ ਸੈਨਾ ਉਹ ਵੀ ਤਿਆਰ ਬਰ ਤਿਆਰ ਹੈ ਤੇ ਬਹੁਤ ਵੱਡਾ ਜੰਗ ਉਹਨਾਂ ਨੇ ਰਾਤ ਕੀਤਾ ਹੈ। ਇਸ ਕਰਕੇ ਮੇਰਾ ਮਨ ਕਹਿੰਦਾ ਹੈ, ਕੰਬਰ ਬੇਗ ਲੱਲਾ ਬੇਗ ਨੂੰ ਕਹਿ ਰਿਹਾ ਹੈ, ਗੁਰੂ ਕੀ ਸੈਨਾ ਹੁਣ ਟਿਕਣ ਵਾਲੀ ਨਹੀਂ, ਉਹ ਜ਼ੋਰਦਾਰ ਹਮਲਾ ਕਰੇਗੀ। ਤੇ ਸੈਨਾਪਤੀ ਸੈਨਾ ਦਾ ਮੁਖੀ ਲੱਲਾ ਬੇਗ ਆਪਣੇ ਭਰਾ ਦੀ ਗੱਲ ਸੁਣ ਕੇ ਤੇ ਹੁਣ ਸਹਿਮਤ ਹੋਇਆ ਹੈ। ਲੱਲਾ ਬੇਗ ਜਾਨੀ ਤਬੈ ਇਹ ਨੀਕ ਬਖਾਨਾ, ਇਹ ਠੀਕ ਕਹਿ ਰਿਹਾ, ਸਾਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਤੇ ਕਹਿਣ ਲੱਗੇ ਕਿ ਹੁਣ ਕੀ ਯਤਨ ਹੋਏਗਾ। ਅਬ ਕਿਆ ਹਵਤ ਹੋਵਤ ਯਤਨ ਕਸ਼ ਜੇ ਪਰ ਰਿਪ ਗਨ ਰਣ ਹਨ। ਹੁਣ ਕਿਹੜਾ ਯਤਨ ਹੋਏਗਾ, ਕਿਸ ਢੰਗ ਦੇ ਨਾਲ ਲੜਾਂਗੇ ਜਿਹਦੇ ਨਾਲ ਗੁਰੂ ਕੀ ਫੌਜ ਖਤਮ ਕਰ ਦਈਏ। ਤੇ ਵਿਚਾਰ ਕਰਦਾ ਹੈ ਕਿ ਹੁਣ ਆਪ ਜੰਗ ਦੇ ਮੈਦਾਨ ਦੇ ਵਿੱਚ ਉਸ ਵੇਲੇ ਕੰਬਰ ਬੇਗ ਨੇ ਵੀ ਇਹ ਗੱਲ ਕਹੀ। ਕਹਿਣ ਲੱਗੇ ਇੱਕ ਤਾਂ ਸਾਰਾ ਦਲ ਲਈਏ, ਹੁਣ 5000 ਤੇ ਜਾਂ 7000 ਦਾ ਦਲ ਭੇਜ ਕੇ ਨਹੀਂ ਸਰੇਗਾ। ਇਹ ਲੱਲਾ ਬੇਗ ਆਪਣੀ ਅਗਵਾਈ ਦੇ ਵਿੱਚ ਤੇ ਸਾਰਾ ਦਲ ਲੈ ਕਰਕੇ ਸਤਿਗੁਰਾਂ ਦੇ ਉੱਪਰ ਵੱਡਾ ਹਮਲਾ ਕਰਦੇ ਹਾਂ। ਤੇ ਲੱਲਾ ਬੇਗ ਵੀ ਇਹ ਕਹਿਣ ਲੱਗਾ, ਹੁਣ ਤਾਂ ਮੇਰਾ ਹੀ ਜੰਗ ਦੇ ਮੈਦਾਨ ਦੇ ਵਿੱਚ ਬਣਦਾ ਹੈ, ਮੈਂ ਵੱਡੀ ਸੈਨਾ ਲੈ ਕੇ ਖੁਦ ਅੱਗੇ ਲੱਗ ਕੇ ਤੇ ਸਤਿਗੁਰਾਂ ਦੇ ਉੱਪਰ ਹਮਲਾ ਕਰਾਂਗਾ। ਤੇ ਇਸ ਤਰ੍ਹਾਂ ਕਹਿ ਕਰਕੇ ਇਤ ਤੋਂ ਇਹ ਚੱਡ ਕਰ ਚੱਲਿਓ ਵੱਡ ਛੋਰ ਉਠੰਤਾ। ਇਸ ਤਰ੍ਹਾਂ ਲੱਲਾ ਬੇਗ ਆਪਣੇ ਭਰਾ ਦੇ ਨਾਲ ਤੇ ਕੁਝ ਹੋਰ ਸਰਦਾਰਾਂ ਦੇ ਨਾਲ, ਮੁਖੀਆਂ ਦੇ ਨਾਲ ਗੱਲ ਕਰਕੇ ਤੇ ਬਹੁਤ ਵੱਡਾ ਰੌਲਾ ਮਚਿਆ ਹੈ। ਨਗਾਰੇ ਵੱਜੇ ਹਨ, ਇੱਕਦਮ ਸੈਨਾ ਦੀ ਤਿਆਰੀ ਹੋਈ ਹੈ। ਤੇ ਇਹ ਵੱਡੀ ਗਿਣਤੀ ਦੇ ਨਗਾਰੇ ਤੇ ਬਹੁਤ ਸਾਰੇ ਝੰਡੇ ਲੈ ਕਰਕੇ ਤੇ ਤਕੜੀ ਸੈਨਾ ਲੈ ਕਰਕੇ ਆਏ ਸੀਗੇ, ਪਰ 3 ਹਿੱਸੇ ਰਾਤ ਹੀ ਖਤਮ ਹੋ ਗਏ ਹਨ। ਹੁਣ ਦਿਨ ਚੜ੍ਹਦਿਆਂ ਸਾਰ ਵੱਡੀ ਗਿਣਤੀ ਦੇ ਜਿਹੜੇ ਵੱਡੇ ਨਗਾਰੇ ਇਹਨਾਂ ਨੇ ਵਜਾਏ ਹਨ ਤੇ ਬਿਨਾਂ ਹੀ ਟਿਕਣ ਤੋਂ ਤੇ ਜਾਂ ਛਕਣ ਛਕਾਉਣ ਤੋਂ ਸਾਰਾ ਕੁਝ ਵਿੱਚ ਹੀ ਛੱਡ ਕੇ ਤੇ ਇਹ ਚੱਲ ਪਏ ਹਨ। ਤੇ ਜੰਗ ਦੇ ਮੈਦਾਨ ਵਾਲੇ ਪਾਸੇ, ਸਤਿਗੁਰਾਂ ਦੇ ਵਾਲੇ ਪਾਸੇ ਵੱਧਦਿਆਂ ਇਹ ਦੇਖ ਰਹੇ ਹਨ। ਆਵਤ ਭਾਰਣ ਭੂਮਿਕਾ ਕੋਸਣ ਲਗ ਹੇਰਾ। ਇਹ ਜਦੋਂ ਸਤਿਗੁਰਾਂ ਵੱਲ ਵੱਧ ਰਹੇ ਹਨ ਤੇ ਜੰਗ ਦਾ ਮੈਦਾਨ ਲੱਲਾ ਬੇਗ ਨੇ ਵੇਖਿਆ ਕੋਹਾਂ ਤੱਕ
ਦੂਰ ਤੱਕ ਨਜ਼ਰ ਮਾਰਦਾ ਜਾ ਰਿਹਾ ਹੈ। ਮਰੇ ਮਰੇ ਹੈ ਸੂਰ ਮੈਂ ਥਲ ਘੋਰ ਕਨੇਰਾ। ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦੇ ਵੱਡੇ ਵੱਡੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਟੋਟੇ ਟੋਟੇ ਹੋਏ ਪਏ ਸਨ ਤੇ ਕਈਆਂ ਥਾਵਾਂ ਤੇ ਘੋੜਿਆਂ ਤੇ ਘੋੜੇ ਪਏ ਹਨ। ਇਸ ਤਰ੍ਹਾਂ ਬਹੁਤ ਵੱਡਾ ਨੁਕਸਾਨ ਹੋਇਆ, ਇਹਨੇ ਅੱਖੀਂ ਦੇਖਿਆ ਹੈ। ਆਮਿਕ ਸ਼੍ਰੋਣਤ ਸ਼ੁੱਧਤ ਬਹੁ ਪੈ ਚਾਲਿਓ ਸਾਰੇ। ਤੇ ਸਰੀਰ ਜਿਹੜੇ ਪਏ ਹਨ ਤਕਰੀਬਨ ਖਤਮ ਹੋ ਚੁੱਕੇ ਹਨ ਤੇ ਕੋਈ ਟਾਵਾਂ ਟਾਵਾਂ ਸਹਿ ਕਰਿਆ ਹੈ ਤੇ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਲਹੂ ਦੀਆਂ ਜਿਹੜੀਆਂ ਨਦੀਆਂ ਅਜੇ ਤੱਕ ਵਹਿ ਰਹੀਆਂ ਹਨ। ਧਰਤੀ ਲਾਲ ਹੋਈ ਪਈ ਹੈ। ਅਰਣ ਬਰਣ ਕੇ ਚੂਨਰੀ ਅਵਨੀ ਜਨ ਧਾਰੇ। ਕਹਿਣ ਲੱਗੇ ਇੰਝ ਲੱਗਦਾ ਹੈ ਜਿਵੇਂ ਧਰਤੀ ਰੂਪੀ ਇਸਤਰੀ ਨੇ ਆਪਣੇ ਉੱਪਰ ਲਾਲ ਰੰਗ ਦੀ ਚੁੰਨੀ ਲਈ ਹੋਵੇ। ਇੱਕ ਇਸਤਰੀ ਜਿਵੇਂ ਉੱਪਰ ਲਾਲ ਰੰਗ ਦੀ ਚੁੰਨੀ ਲੈਂਦੀ ਹੈ, ਇਸੇ ਤਰ੍ਹਾਂ ਲੱਗ ਰਿਹਾ ਹੈ ਧਰਤੀ ਨੇ ਵੀ ਲਾਲ ਰੰਗ ਦੀ ਚੁੰਨੀ ਲਈ ਹੈ ਕਿ ਜਿਸ ਢੰਗ ਦੇ ਨਾਲ ਗੁਰੂ ਕੀ ਸੈਨਾ ਨੇ ਵੱਡਾ ਪ੍ਰਹਾਰ ਕਰਕੇ ਇਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਧਰਤੀ ਤੇ ਡੇਗਿਆ ਹੈ। ਪੰਛੀ ਉੜ ਚੌਂ ਦਿਸ਼ਾ ਤੇ ਪਾਏ ਸਪਿਜ ਆਏ। ਤੇ ਦਿਨ ਚੜ੍ਹਦਿਆਂ ਸਾਰੀ ਜੰਗਲ ਦੇ ਵਿੱਚੋਂ ਪੰਛੀ ਉੱਡ ਕੇ ਆਏ ਹਨ ਚਾਰੇ ਦਿਸ਼ਾਵਾਂ ਤੋਂ ਤੇ ਅਨੇਕਾਂ ਗਿਰਜਾਂ ਤੇ ਉਹਨਾਂ ਨੇ ਦੇਖਿਆ ਏ ਸਰੀਰ ਜੰਗ ਦੇ ਮੈਦਾਨ ਦੇ ਵਿੱਚ ਪਏ ਹਨ। ਕੰਟ ਆਲ ਆਮਿਕ ਪਖੀ ਭਰਮੈ ਸਮੁਦਾਏ। ਕਾਂ ਤੇ ਹੋਰ ਅਨੇਕਾਂ ਜਾਨਵਰ ਕੀ ਦੇਖਦੇ ਹਨ ਕਿ ਬਹੁਤ ਵੱਡੀ ਗਿਣਤੀ ਵਿੱਚ ਮਾਸ ਦੇ ਟੁਕੜੇ 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 ਹੋ ਕੇ ਸੂਰਮੇ ਸਮੁਦਾਇ ਵੱਡੀ ਗਿਣਤੀ ਦੇ ਵਿੱਚ ਧਰਤੀ ਤੇ ਪਏ ਹਨ ਔਰ ਉਹ ਮਾਸ ਲੈ ਲੈ ਕੇ ਦੌੜ ਰਹੇ ਹਨ। ਜੰਬਕ ਤ੍ਰਿਪਤ ਪੁਕਾਰਤ ਖਾਇਓ ਮਨ ਭਾਇਓ। ਤੇ ਬਹੁਤ ਸਾਰੇ ਗਿੱਦੜ ਤੇ ਹੋਰ ਜੰਗਲੀ ਜਾਨਵਰ ਉੱਥੇ ਆਏ ਜਿਨ੍ਹਾਂ ਨੇ ਮਨ ਭਾਉਂਦਾ ਜਿਹੜਾ ਮਾਸ ਹੈ ਰੱਜਵਾਂ ਖਾਦਾ ਹੈ। ਮਨੋ ਵਸੀਸਾ ਦੇਤ ਗੁਰ ਲਖ ਮਨ ਤ੍ਰਿਪਤਾਇਓ। ਤੇ ਕਹਿਣ ਲੱਗੇ ਕਵੀ ਜੀ ਲਿਖਦੇ ਹਨ ਕਿ ਪੰਛੀ ਜੰਗਲ ਦੇ ਇੰਝ ਲੱਗਦਾ ਜਿਵੇਂ ਸਤਿਗੁਰਾਂ ਨੂੰ ਅਸੀਸਾਂ ਦੇ ਰਹੇ ਹੋਣ ਕਿ ਅੱਜ ਰੱਜਵਾਂ ਜਿਹੜਾ ਮਾਸ ਸਾਨੂੰ ਖਾਣ ਨੂੰ ਮਿਲਿਆ ਹੈ। ਲੱਲਾ ਬੇਗ ਬਿਸਮਿਓ ਪਿਖਤ ਚੌਂ ਦਿਸ਼ ਭਾਇਆ ਮਾਨਾ। ਤੇ ਜਿਉਂ-ਜਿਉਂ ਲੱਲਾ ਬੇਗ ਆਪਣੇ ਦਲ ਦੇ ਮਰੇ ਪਏ ਸੂਰਮਿਆਂ ਦੇ ਵਿੱਚੋਂ ਦੀ ਜਦੋਂ ਦੀ ਲੰਘਦਾ ਜਾ ਰਿਹਾ ਹੈ, ਜਿਉਂ-ਜਿਉਂ ਅੱਗੇ ਜਾਂਦਾ ਹੈ ਹੋਰ ਹੈਰਾਨ ਹੁੰਦਾ ਹੈ। ਇਹਦੇ ਮਨ ਦੇ ਵਿੱਚ ਹੋਰ ਡਰ ਪੈਦਾ ਹੋਈ ਜਾ ਰਿਹਾ ਹੈ। ਜੇ ਏਡੀ ਵੱਡੀ ਸੈਨਾ ਦਾ ਏਡਾ ਵੱਡਾ ਨੁਕਸਾਨ ਸਤਿਗੁਰਾਂ ਨੇ ਕੀਤਾ ਹੈ ਤੇ ਸਤਿਗੁਰਾਂ ਦੇ ਕੋਲ ਸੈਨਾ ਕਿੱਡੀ ਵੱਡੀ ਹੋਏਗੀ ਤੇ ਤਿਆਰੀ ਕਿੰਨੀ ਵੱਡੀ ਹੋਏਗੀ। ਇਹ ਅੱਗੇ ਜਾਂਦਾ ਜਾਂਦਾ ਵਿੱਚੋਂ ਦੀ ਲੰਘਦਾ ਜੰਗ ਦਾ ਮੈਦਾਨ ਦੇਖ ਕੇ ਇਹ ਬੜਾ ਹੈਰਾਨ ਹੋ ਰਿਹਾ ਹੈ। ਜਾ ਖੁਦਾਏ ਇਹ ਕਿਆ ਭਇਓ ਕਿਮ ਲਸ਼ਕਰ ਮਾਨਾ। ਹੇ ਖੁਦਾ ਇਹ ਕੀ ਹੋਇਆ ਹੈ, ਸਾਡਾ ਏਡਾ ਵੱਡਾ ਲਸ਼ਕਰ ਝਾਟੀ ਮਿੱਟੀ ਦੇ ਵਿੱਚ ਰਾਤੋਂ ਰਾਤ ਮਿਲ ਗਿਆ। ਇਹ ਬਹੁਤ ਬੁਰਾ ਹੋਇਆ ਹੈ, ਇਹ ਸਾਡੀ ਬਹੁਤ ਵੱਡੀ ਗਲਤੀ ਸੀਗੀ। ਆਪਣੇ ਆਪ ਨੂੰ ਕੋਸ਼ਦਾ, ਆਪਣੇ ਆਪ ਨੂੰ ਬੁਰਾ ਭਲਾ ਕਹਿੰਦਾ ਸਤਿਗੁਰਾਂ ਵੱਲ ਵੱਧ ਰਿਹਾ ਹੈ। ਛੁਟਤ ਲਖਤ ਬੜ ਭੌਰ ਰਾ ਭਾ ਛਿੜ ਜੋਧ ਲੰਤਾ। ਤੇ ਕਹਿਣ ਲੱਗੇ ਇਸੇ ਤਰ੍ਹਾਂ ਹੁਣ ਛੁਟਤ ਸਲਖ ਵੱਡ ਰੌਰ ਭਾ ਥਿਰ ਜੋਧ ਲਹੰਤਾ। ਇੱਧਰੋਂ ਜਦੋਂ ਵੱਡਾ ਦਲ ਵਧਿਆ ਹੈ, ਉੱਚੀ ਉੱਚੀ ਨਗਾਰੇ ਵੱਜ ਰਹੇ ਹਨ ਵਿਰੋਧੀ ਧਿਰ ਦੀ ਸੈਨਾ ਵੱਲੋਂ ਤੇ ਰਾਏ ਜੋਧ ਜਿਹੜਾ ਗੁਰੂ ਕਾ ਬਹੁਤ ਵੱਡਾ ਸੈਨਾਪਤੀ ਹੈ ਛੇਵੇਂ ਪਾਤਸ਼ਾਹ ਜੀ ਦਾ, ਉਹਨੇ ਹਿਸਾਬ ਕਿਤਾਬ ਲਾਇਆ ਹੈ ਕਿ ਲੱਗਦਾ ਇਹ ਦਿਨ ਚੜ੍ਹਦਿਆਂ ਸਾਰੀ ਦੁਸ਼ਮਣ ਫਿਰ ਵੱਡਾ ਦਲ ਲੈ ਕੇ ਚੜ੍ਹਿਆ ਹੈ। ਤੁਰਕਾਨੀ ਸੈਨਾ ਕਨੀ ਆਈ ਦ੍ਰਿਸ਼ਟੰਤਾ। ਇਹਨੇ ਤੁਰਕਾਂ ਦੀ ਵੱਡੀ ਜਿਹੜੀ ਸੈਨਾ ਉਹ ਆਉਂਦੀ ਦੇਖੀ ਹੈ, ਹਿਸਾਬ ਕਿਤਾਬ ਲਾ ਲਿਆ ਹੈ ਕਿ ਬਚਿਆ ਹੋਇਆ ਜਿਹੜਾ ਦਲ ਉਹਨੇ ਵੀ ਚੜ੍ਹਾਈ ਕੀਤੀ ਹੈ। ਸ਼ਸਤਰ ਬਸਤਰ ਬਾ ਮੋਲ ਕੇ ਹੈ ਖਿਕਤ ਬਡੇਰੇ। ਤੇ ਇਹਨੇ ਅਗਲੇ ਪਾਸੇ ਜਿਹੜੇ ਲੱਗੇ ਹੋਏ ਮਹਾਨ ਯੋਧੇ ਹਨ ਉਹਨਾਂ ਦਾ ਹਿਸਾਬ ਕਿਤਾਬ ਲਾਇਆ। ਰਾਏ ਜੋਧ ਨੇ ਸ਼ਸਤਰ ਬਸਤਰ ਬਹੁ ਮੋਲ ਕੇ ਹੈ ਥਕਤ ਵਡੇਰੇ। ਇੱਕ ਤਾਂ ਸ਼ਸਤਰ ਬਸਤਰ ਬੜੇ ਕੀਮਤੀ ਹਨ, ਬੜੇ ਲਿਸ਼ਕਵੇਂ ਬਸਤਰ ਪਾਏ ਹਨ ਔਰ ਬਹੁਤ ਕੀਮਤੀ ਘੋੜਿਆਂ ਤੇ ਚੜ੍ਹ ਕੇ ਆ ਰਹੇ ਹਨ ਤੇ ਪਰ ਸੈਨਾ ਕੁਛ ਥੱਕੀ ਹੋਈ ਵੀ ਹੈ। ਰਾਏ ਜੋਧ ਨੇ ਇਹ ਸਾਰਾ ਦੂਰ ਤੋਂ ਖੜ ਕੇ ਇਹ ਜੰਗ ਦੇ ਮੈਦਾਨ ਵੱਲ ਦੇਖ ਕੇ ਤੇ ਹਿਸਾਬ ਕਿਤਾਬ ਲਾਇਆ ਹੈ। ਤੇ ਕਹਿਣ ਲੱਗੇ ਕੁਛ ਅਗਲੇ ਪਾਸੇ ਜਿਹੜੇ ਵੱਧ ਰਹੇ ਯੋਧੇ ਹਨ ਉਹਨਾਂ ਨੇ ਕੀਮਤੀ ਜਿਹੜੇ ਬਸਤਰ ਪੋਸ਼ਾਕਾਂ ਧਾਰਨ ਕੀਤੀਆਂ ਹੋਈਆਂ ਹਨ ਸਰੀਰ ਦੇ ਉੱਪਰ
ਜਿਨ੍ਹਾਂ ਦੇ ਉੱਪਰ ਸੋਨਾ ਤੇ ਹੀਰੇ ਜੜੇ ਹੋਏ ਹਨ। ਇੱਕ ਸੌਰ ਦੌਰਿਓ ਗਇਓ ਗੁਰ ਤਿਗ ਸੁਧ ਦੀਨੀ। ਤੇ ਰਾਏ ਜੋਧ ਨੇ ਇੱਕ ਸੈਨਿਕ ਭੇਜਿਆ ਹੈ ਤੇ ਇਹ ਸੈਨਿਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਦਿਨ ਚੜ੍ਹਦੇ ਹੀ ਪਹੁੰਚਿਆ ਹੈ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਰੀ ਖਬਰ ਦਿੱਤੀ ਹੈ, ਪਾਤਸ਼ਾਹ ਬਹੁਤ ਵੱਡਾ ਦਲ ਦੁਸ਼ਮਣਾਂ ਦਾ ਫਿਰ ਚੜਿਆ ਹੈ। ਮਹਾਰਾਜ ਤੁਰਕਾਨ ਕੀ ਸੈਨਾ ਬੜ ਚੀਨੀ। ਪਾਤਸ਼ਾਹ ਅਸੀਂ ਦੂਰ ਤੋਂ ਵੱਡੀ ਜਿਹੜੀ ਤੁਰਕਾਂ ਦੀ ਸੈਨਾ ਉਹ ਆਉਂਦੀ ਹੋਈ ਦੇਖੀ ਹੈ, ਬਹੁਤ ਵੱਡਾ ਦਲ ਫਿਰ ਚੜਿਆ ਹੈ। ਸਭ ਗੁਮੰਡੀਰ ਸਭਾ ਕਰੀ ਰਣ ਖੇਤ ਮਝਾਰਾ। ਤੇ ਸਤਿਗੁਰੂ ਜੀ ਸਾਰੀ ਸੈਨਾ ਇੰਜ ਲੱਗਦਾ ਹੈ ਸਭ ਉਮੜੀ ਥਿਰ ਰਿਸ ਬਾਹੋ ਕਰ ਰਣ ਖੇਤ ਮਝਾਰਾ। ਸਾਰੀ ਸੈਨਾ ਬਹੁਤ ਭਾਰੀ ਗੁੱਸੇ ਦੇ ਵਿੱਚ ਗਰੀਬ ਨਿਵਾਜ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ। ਲੜਤ ਜੋਧ ਜਾਤੀ ਮਲਕ ਉਤਸ਼ਾਹ ਉਦਾਰਾ। ਤੇ ਸਤਿਗੁਰੂ ਜੀ ਅੱਗੇ ਰਾਏ ਜੋਧ ਤੇ ਸਤਿਗੁਰੂ ਜੀ ਆਪ ਜੀ ਦਾ ਯੋਧਾ ਸੈਨਾਪਤੀ ਜਾਤੀ ਮਲਕ ਉਹਨਾਂ ਨੇ ਲਗਾਤਾਰ ਰਾਤ ਵੀ ਮੁਕਾਬਲਾ ਕੀਤਾ ਹੈ ਤੇ ਹੁਣ ਵੀ ਸਤਿਗੁਰੂ ਜੀ ਸਾਹਮਣੇ ਡਟੇ ਹੋਏ ਹਨ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਿੱਛੇ ਹਨ, ਜਿੱਥੇ ਤੰਬੂ ਲੱਗਾ ਹੈ, ਜਿੱਥੇ ਨਿਤਨੇਮ ਹੋਇਆ, ਹੁਣੇ ਆਸਾ ਜੀ ਕੀ ਵਾਰ ਦਾ ਕੀਰਤਨ ਹੋਇਆ ਹੈ। ਸਤਿਗੁਰੂ ਜੀ ਪਿੱਛੇ ਤੰਬੂ ਦੇ ਵਿੱਚ ਸਨ। ਜਾ ਕੇ ਖਬਰ ਪਹੁੰਚਾਈ ਹੈ, ਹੇ ਪਾਤਸ਼ਾਹ ਬੜੇ ਜੋਸ਼ ਦੇ ਨਾਲ ਇੱਕ ਦਲ ਅੱਗੇ ਵਧ ਰਿਹਾ ਹੈ। ਬਾਕੀ ਰਹੇ ਨਾ ਤੁਰਕ ਅਬ ਜੀਵਤ ਸਭ ਆਏ। ਤੇ ਸਤਿਗੁਰੂ ਜੀ ਅਸੀਂ ਅਗਾਂਹ ਜਾ ਕੇ ਹਿਸਾਬ ਕਿਤਾਬ ਲਾਇਆ ਹੈ, ਦਲ ਦੇ ਵਿੱਚ ਕੋਈ ਵੀ ਪਿੱਛੇ ਨਹੀਂ ਰਿਹਾ, ਕੋਈ ਵੀ ਟੁਕੜੀ ਉੱਥੇ ਨਹੀਂ ਰਹੀ। ਜਿੰਨੀ ਵੀ ਸੈਨਾ ਬਚੀ ਸੀਗੀ ਸਾਰੀ ਇਕੱਠੀ ਹੋ ਕੇ ਆ ਕੇ ਪੈ ਗਈ ਹੈ। ਸਾਰੇ ਇੱਕੋ ਵਾਰ ਸਾਰਿਆਂ ਨੇ ਚੜ੍ਹਾਈ ਕੀਤੀ ਹੈ। ਮਰੇ ਪਰੇ ਬਾ ਕੋਸ ਲਗ ਅਸ ਭਟ ਸਮੁਦਾਏ। ਤੇ ਸਤਿਗੁਰੂ ਜੀ ਕੋਹਾਂ ਤੱਕ ਉਹਨਾਂ ਦੇ ਜਿਹੜੇ ਦੁਸ਼ਮਣ ਰਾਤ ਵੇਲੇ ਜਿਹੜਾ ਯੁੱਧ ਹੋਇਆ ਹੈ ਜਾ ਕੇ ਖਬਰ ਵੀ ਦਿੱਤੀ ਹੈ, ਪਾਤਸ਼ਾਹ ਅਸੀਂ ਜੰਗ ਦੇ ਮੈਦਾਨ ਦੇ ਜਿਹੜਾ ਯੁੱਧ ਕੀਤਾ ਕੋਹਾਂ ਤੱਕ ਦੁਸ਼ਮਣਾਂ ਦੇ ਸਰੀਰ ਖਿਲਰੇ ਪਏ ਹਨ। ਬਹੁਤ ਵੱਡਾ ਯੁੱਧ ਮੱਚਿਆ ਸੀਗਾ ਤੇ ਬਹੁਤ ਵੱਡਾ ਦੁਸ਼ਮਣਾਂ ਦਾ ਰਾਤ ਨੁਕਸਾਨ ਵੀ ਕੀਤਾ ਹੈ। ਅਬ ਪ੍ਰਕਾਸ਼ ਪਾ ਦਿਖਤ ਹੈ ਕੀਤੇ ਕਿਨ ਮਾਰੇ। ਤੇ ਸਤਿਗੁਰੂ ਜੀ ਹੁਣ ਦਿਨ ਚੜਿਆ ਹੈ ਤੇ ਸਾਰਾ ਕੁਝ ਦਿਸ ਰਿਹਾ ਹੈ, ਕਿੰਨੇ ਮਾਰੇ ਹਨ, ਕਿੰਨੇ ਜ਼ਖਮੀ ਹੋਏ, ਕਿੱਡਾ ਵੱਡਾ ਨੁਕਸਾਨ ਹੋਇਆ ਹੈ। ਪਰੇ ਤੁਰੰਗ ਪਰ ਤੁਰੰਗ ਬਾ ਧਰ ਪਰ ਧਰ ਡਾਰੇ। ਸਤਿਗੁਰੂ ਜੀ ਘੋੜਿਆਂ ਦੇ ਸਰੀਰ ਵੱਡੀ ਗਿਣਤੀ ਦੇ ਜੰਗ ਦੇ ਮੈਦਾਨ ਦੇ ਵਿੱਚ ਪਏ ਹਨ ਤੇ ਇਹਨਾਂ ਦੇ ਯੋਧੇ ਜਿਹੜੇ ਥੱਕੇ ਹੋਏ ਸਨ, ਸਾਡੇ ਤੀਰਾਂ ਦੇ ਨਿਸ਼ਾਨੇ ਬਣੇ, ਉਹਨਾਂ ਦੇ ਵੀ ਢੇਰ ਲੱਗੇ ਪਏ ਹਨ। ਤਬਲ ਨਗਾਰੇ ਗਨ ਬਜੈ ਹੋਇਓ ਪਟ ਫੇਰਾ। ਤੇ ਉਸੇ ਵੇਲੇ ਫਿਰ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਹੁਕਮ ਕੀਤਾ ਹੈ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਵੀ ਤਿਆਰੀ ਕੀਤੀ ਹੋਈ ਹੈ। ਇੱਧਰੋਂ ਵੀ ਸਤਿਗੁਰਾਂ ਦੇ ਹੁਕਮ ਦੇ ਵਿੱਚ ਵੱਡੇ ਜਿਹੜੇ ਨਗਾਰੇ ਉਹ ਵੱਜੇ ਹਨ। ਭਾਈ ਪ੍ਰਭਾਤ ਪ੍ਰਕਾਸ਼ ਮੈਂ ਰਸਕੀਨ ਕਨੇਰਾ। ਔਰ ਦਿਨ ਚੜ੍ਹਦਿਆਂ ਸਾਰੀ ਗੁਰੂ ਕੇ ਯੋਧਿਆਂ ਨੇ ਵੀ ਤਿਆਰ ਬਰ ਤਿਆਰ ਹੋ ਕੇ ਵੀਰ ਰਸ ਧਾਰਨ ਕਰਕੇ ਤੇ ਜੰਗ ਦੇ ਮੈਦਾਨ ਦੇ ਵਿੱਚ ਜਾਣ ਦਾ ਚਾਉ ਉਹਨਾਂ ਦੇ ਚਿਹਰੇ ਤੇ ਹੈ ਤੇ ਬਹੁਤ ਵੱਡੀ ਤਿਆਰੀ ਇਹਨਾਂ ਨੇ ਵੀ ਕਰ ਲਈ ਹੈ। ਸੁਣ ਸਗਰੇ ਸੁਧ ਸਤਿਗੁਰੂ ਅਸ ਚੜੇ ਸੋਹੇਲੇ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਖਬਰ ਸੁਣ ਕੇ ਤੇ ਝਾਟੀ ਇੱਕ ਜਿਹੜਾ ਦਿਲਬਾਗ ਤੇ ਗੁਲਬਾਗ ਦੋ ਲਾਹੌਰ ਦੇ ਕਿਲੇ ਦੇ ਵਿੱਚੋਂ, ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਜਿਹੜਾ ਇਹ ਦੋ ਘੋੜੇ ਬਾਬਾ ਵਿਧੀ ਚੰਦ ਜੀ ਕੱਢ ਕੇ ਲੈ ਕੇ ਆਏ ਸਨ। ਉਹਨਾਂ ਦੋ ਘੋੜੇ ਜਦੋਂ ਸਤਿਗੁਰਾਂ ਦੇ ਕੋਲ ਪਹੁੰਚੇ ਤੇ ਇੱਕ ਦਾ ਨਾਂ ਰੱਖ ਦਿੱਤਾ ਸੀ ਜਾਨ ਭਾਈ ਤੇ ਇੱਕ ਦਾ ਨਾਮ ਰੱਖ ਦਿੱਤਾ ਸੀਗਾ ਸੁਹੇਲਾ। ਜਿਹੜਾ ਦੂਸਰੀ ਵਾਰ ਬਾਬਾ ਵਿਧੀ ਚੰਦ ਜੀ ਘੋੜਾ ਲੈ ਕੇ ਆਏ ਸਨ, ਸਤਿਗੁਰੂ ਜੀ ਉਸ ਘੋੜੇ ਤੇ ਛਾਲ ਮਾਰ ਕੇ ਸਵਾਰ ਹੋ ਗਏ ਹਨ। ਜੋਗ ਪਰੀ ਰਣਜੀਤ ਪਰ ਪਟਾ ਜੁਗ ਲੈ ਲੈ। ਤੇ ਕਹਿਣ ਲੱਗੇ ਉਸੇ ਵੇਲੇ ਜਿਹੜਾ ਨਗਾਰਾ ਹੈ ਰਣਜੀਤ, ਉਹਦੇ ਉੱਪਰ ਫਿਰ ਸਤਿਗੁਰਾਂ ਦੇ ਯੋਧਿਆਂ ਨੇ ਜ਼ੋਰ ਦੇ ਨਾਲ ਸੱਟ ਮਾਰੀ ਹੈ, ਦੂਰੀ ਸੱਟ ਲੱਗੀ ਹੈ ਤੇ ਜਿਸ ਨੂੰ ਸੁਣ ਕੇ ਸਤਿਗੁਰਾਂ ਦੇ ਸਾਰੇ ਯੋਧੇ ਝਾਟੀ ਤਿਆਰ ਬਰ ਤਿਆਰ ਹੋ ਗਏ ਹਨ। ਸ਼ਸਤਰ ਵਸਤਰ ਪਹਿਲਾਂ ਹੀ ਪਹਿਨੇ ਹੋਏ ਸਨ ਮਾਹੌਲ ਦੇ ਹਿਸਾਬ ਦੇ ਨਾਲ ਤੇ ਗੁਰੂ ਕੀ ਸੈਨਾ ਵੀ ਉਸੇ ਵੇਲੇ ਝਾਟੀ ਤਿਆਰ ਹੋ ਗਈ ਹੈ। ਸ਼ੇਰ ਤੁਰੰਗਮ ਕੋ ਚਲੇ
ਮੈਂ ਬਿਲਮ ਲਗਾਈ। ਤੇ ਸਤਿਗੁਰਾਂ ਨੇ ਥੋੜੀ ਵੀ ਦੇਰ ਨਹੀਂ ਲਾਈ ਹੈ, ਜਿਵੇਂ ਪਹਿਲਾਂ ਤੋਂ ਹੀ ਤਿਆਰ ਹੋਣ ਉਸੇ ਵੇਲੇ ਘੋੜੇ ਤੇ ਚੜ ਕੇ ਚੱਲ ਪਏ ਹਨ। ਆਏ ਥਰੇਟਕ ਜੋਧ ਕੇ ਜੈ ਮਚਤ ਲੜਾਈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਿਆਰੇ ਸੈਨਾਪਤੀ ਰਾਏ ਜੋਧ ਤੇ ਜਾਤੀ ਮਲਕ ਜਿਹੜੇ ਅੱਗੇ ਹੋ ਕੇ ਰਾਤ ਦੇ ਹੀ ਲੜ ਰਹੇ ਸਨ, ਬੜੀ ਬਹਾਦਰੀ ਦੇ ਨਾਲ ਇਹ ਲੜੇ ਹਨ। ਤੇ ਸਤਿਗੁਰੂ ਜੀ ਜਿੱਥੇ ਵੱਡਾ ਕਰਾਰਾ ਯੁੱਧ ਮਚਿਆ ਹੈ, ਪਾਤਸ਼ਾਹ ਜੀ ਬੜੀ ਤੇਜ਼ੀ ਦੇ ਨਾਲ ਬਾਕੀ ਰਹਿੰਦੀ ਹੋਈ ਸੈਨਾ ਨਾਲ ਲੈ ਕੇ ਉੱਥੇ ਪਹੁੰਚ ਗਏ ਹਨ। ਦੂਤ ਹਸਨ ਖਾਂ ਸਤਿਗੁਰੂ ਜੀ ਨਿਜ ਨਿਕਟ ਬੁਲਾਇਓ। ਤੇ ਦੂਤ ਹਸਨ ਖਾਂ ਜਿਹੜਾ ਵਿਰੋਧੀਆਂ ਦੀ ਸੈਨਾ ਦੇ ਵਿੱਚੋਂ ਉਹਨਾਂ ਨੇ ਕੱਢ ਦਿੱਤਾ ਸੀ, ਉਹਨਾਂ ਨੇ ਬਹੁਤ ਬੁਰਾ ਵਿਹਾਰ ਕੀਤਾ ਸੀ, ਕਿਉਂਕਿ ਇਹਨੇ ਜਾ ਕਰਕੇ ਸਤਿਗੁਰਾਂ ਦੀ ਖਬਰ ਦਿੱਤੀ ਸੀਗੀ ਕਿ ਸਤਿਗੁਰਾਂ ਦੀ ਬਹੁਤ ਸੁੰਦਰ ਤੇ ਬੜੀ ਤਗੜੀ ਤਿਆਰੀ ਹੈ ਤਾਂ ਇਹ ਦੁਸ਼ਮਣਾਂ ਦਾ ਹੀ ਸੈਨਿਕ ਸੀਗਾ, ਪਰ ਉਹਨਾਂ ਨੇ ਸਤਿਗੁਰਾਂ ਦੀ ਉਸਤਤ ਕਰਨ ਕਰਕੇ ਇਹਨੂੰ ਰਾਤ ਹੀ ਆਪਣੀ ਸੈਨਾ ਦੇ ਵਿੱਚੋਂ ਬੁਰਾ ਵਿਹਾਰ ਕਰਕੇ ਕੱਢ ਦਿੱਤਾ ਸੀ। ਇਹ ਸਤਿਗੁਰਾਂ ਦੇ ਕੋਲ ਆ ਗਿਆ ਸੀਗਾ ਤੇ ਸਤਿਗੁਰਾਂ ਨੇ ਸ਼ਰਨ ਦਿੱਤੀ ਹੈ ਇਹਨੂੰ। ਤੇ ਉਸ ਵੇਲੇ ਫਿਰ ਪਾਤਸ਼ਾਹ ਜੀ ਨੇ ਇਹ ਹੁਣ ਸਤਿਗੁਰਾਂ ਦੇ ਪੱਖ ਦੇ ਵਿੱਚ ਸਤਿਗੁਰਾਂ ਦੇ ਦਲ ਵਾਲੇ ਪਾਸੇ ਖੜਿਆ ਹੈ ਤੇ ਪਾਤਸ਼ਾਹ ਜੀ ਨੇ ਦੂਤ ਹਸਤ ਖਾਨ ਨੂੰ ਕੋਲ ਬੁਲਾਇਆ ਹੈ। ਲੱਲਾ ਬੇਗ ਕਹੋ ਕਹਾਂ ਹੈ ਜੋ ਚੜ ਕਰ ਆਇਓ। ਤੇ ਸਤਿਗੁਰਾਂ ਨੇ ਪੁੱਛਿਆ ਨਿਸ਼ਾਨੀ ਦੱਸ ਕਿ ਭਾਈ ਇਹ ਜਿਹੜੀ ਸਾਹਮਣੇ ਸੈਨਾ ਆ ਰਹੀ ਹੈ ਇਹਦੇ ਵਿੱਚ ਲੱਲਾ ਬੇਗ ਕਿਹੜਾ ਹੈ, ਇਹਨਾਂ ਦਾ ਸੈਨਾਪਤੀ ਕਿਹੜਾ ਹੈ, ਕਿਉਂਕਿ ਸਾਰਿਆਂ ਨੇ ਜਿਹੜਾ ਆਪਣਾ ਸਰੀਰ ਲੋਹੇ ਦੇ ਵਿੱਚ ਢੱਕਿਆ ਹੋਇਆ ਹੈ ਤੇ ਪਛਾਣ ਨਹੀਂ ਹੈ। ਸਾਰਿਆਂ ਨੇ ਆਪਣੀ ਰੱਖਿਆ ਵਾਸਤੇ ਕਈ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਹਦੇ ਵਿੱਚੋਂ ਕਿਹੜਾ ਲਾਲਾ ਬੇਗ ਹੈ, ਕਿਹੜਾ ਜਰਨੈਲ ਕਿੱਥੇ ਕਿੱਥੇ ਹੈ, ਹਸਤਕਾਰ ਨੂੰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛ ਰਹੇ ਹਨ। ਹੁਣ ਅਗਲੇਰਾ ਜਿਹੜਾ ਯੁੱਧ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਕਰਨਗੇ, ਅਖੀਰਲਾ 10,000 ਦਾ ਦਲ ਦਿਨ ਚੜ੍ਹਿਆ ਹੈ ਤੇ ਚੜ੍ਹ ਕੇ ਆ ਗਿਆ ਹੈ। ਗਰੀਬ ਨਿਵਾਜ ਇਹਦਾ ਕਿਵੇਂ ਮੁਕਾਬਲਾ ਕਰਦੇ ਹਨ ਤੇ ਜੰਗ ਦਾ ਅੰਤ ਕਿਵੇਂ ਹੁੰਦਾ ਹੈ, ਤੀਸਰਾ ਜੰਗ ਪਾਤਸ਼ਾਹ ਜੀ ਕਿਵੇਂ ਜਿੱਤਦੇ ਹਨ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਮਾਂ ਸਮਾਪਤ ਹੈ। ਆਪ ਸਮੂਹ ਸੰਗਤ ਦਾ ਧੰਨਵਾਦ ਸ਼ੁਕਰਾਨਾ। ਭਾਵਨਾ ਸਹਿਤ ਆਪ ਸਮੂਹ ਸੰਗਤ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਸਭਨਾ ਦੀ ਕੀਤੀ ਹੋਈ ਸੰਗਤ ਹਾਜ਼ਰੀ ਪ੍ਰਵਾਨ ਕਰਨ। ਆਓ ਅਖੀਰ ਦੇ ਵਿੱਚ ਆਪਾਂ ਸਰਬੱਤ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ, ਤੰਦਰੁਸਤੀਆਂ ਵਾਸਤੇ ਕੁਝ ਕੁ ਸਮਾਂ ਸਿਮਰਨ ਦੇ ਵਿੱਚ ਰੋਜ਼ਾਨਾ ਹਾਜ਼ਰੀ ਭਰਦੇ ਹਾਂ। ਆਓ ਸਾਰੀ ਸੰਗਤ ਕੋਈ ਵੀ ਰਸਨਾ ਵਾਂਝੀ ਨਾ ਰਹੇ, ਭਾਵਨਾ ਸਹਿਤ ਸਿਮਰਨ ਦੇ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। हे गोविंद हे गोपाल हे दयाल लाल प्राणनाथ अनाथ सखे दीन दर्द निवार। हे समरथ अगम पूरना मोहि मैया तार। अंधकूप महाभयान नानक पार उतार। आए प्रभ शरणागति कृपा निध दयाल। एक अखर हर मन बसत नानक होत निहाल। एक अखर हर मन बसत नानक होत निहाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।